ਪਹਿਲਾਂ ਅਸੀਂ ਧਰਮ ਦੇ ਉੱਤੇ ਚੱਲਾਂਗੇ, ਯਾਨੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਨਿਯਮਾਂ ਦੇ ਉੱਤੇ ਚੱਲਾਂਗੇ। ਉਸ ਤੋਂ ਬਾਅਦ ਸਾਡਾ ਮਨ ਆਪਣੇ ਆਪ ਸ਼ੁੱਧ ਹੁੰਦਾ ਹੋਇਆ ਆਪਣਾ ਸਰੂਪ ਪਹਿਚਾਣੂਗਾ। ਫਿਰ ਉਹ ਸਾਨੂੰ ਅਧਿਆਤਮਿਕ ਰਸਤੇ ਦੇ ਉੱਤੇ ਤੁਰੂਗਾ ਔਰ ਅਧਿਆਤਮਿਕ ਰਸਤੇ ਦੇ ਉੱਤੇ ਤੁਰਦੇ ਹੋਏ ਸਾਡੀ ਜਿਹੜੀ ਆਤਮਾ ਹੈ ਉਹ ਅੰਦਰੋਂ ਖਿਲ ਕੇ ਉਹ ਗੁਰਬਾਣੀ ਆਪਣੇ ਆਪ ਬਣ ਜੂਗੀ। ਇੱਕ ਬੰਦਾ ਜਿਹੜਾ ਧਰਮ ਦੇ ਉੱਤੇ ਵੀ ਪੂਰੀ ਤਰ੍ਹਾਂ ਨਹੀਂ ਚੱਲ ਰਿਹਾ ਮੇਰੇ ਵਰਗਾ, ਤਾਂ ਉਹਨੂੰ ਇਹ ਗੱਲ ਬੜੀ ਅਜੀਬ ਲੱਗ ਸਕਦੀ ਆ ਕਿ ਬਿਨਾਂ ਸਿਰ ਦੇ ਕੋਈ ਬਾਬਾ ਕਿੱਦਾਂ ਲੜ ਸਕਦਾ ਆ, ਕਿਸੇ ਇੱਕ ਦੇ ਬੰਦ ਕਿਵੇਂ ਕੱਟੇ ਜਾ ਸਕਦੇ ਆ, ਕਿਸੇ ਨੂੰ ਦੇਗਾਂ ਦੇ ਵਿੱਚ ਕਿੱਦਾਂ ਉਬਾਲਿਆ ਜਾ ਸਕਦਾ, ਕਿਸੇ ਨੂੰ ਚਰਖੜੀਆਂ ਤੇ ਕਿੱਦਾਂ ਚੜਾਇਆ ਜਾ ਸਕਦਾ। ਇਹ ਕਿਵੇਂ ਹੋ ਸਕਦਾ ਕਿ ਕੁਝ ਮਾਵਾਂ ਜਿਹੜੀਆਂ ਉਹ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ 'ਚ ਪਵਾ ਲੈਣ ਤੇ ਸੀ ਨਾ ਕਰਨ, ਕਿਉਂਕਿ ਉਹ ਲੋਕ ਗੁਰਬਾਣੀ ਹੋ ਚੁੱਕੇ ਸੀ, ਉਹ ਗੁਰਬਾਣੀ ਬਣ ਗਏ ਸੀ। ਉਹਨਾਂ ਲੋਕਾਂ ਦੀ ਜਿਹੜੇ ਅੰਦਰੋਂ ਉਹਨਾਂ ਦੀ ਇੱਕ ਜਿਹੜੀ ਅੰਦਰੋਂ ਕਰਾਮਾਤ ਫੁੱਟਦੀ ਸੀ, ਉਸ ਕਰਾਮਾਤ ਨੂੰ ਸਮਝਣ ਦੇ ਲਈ ਉਸ ਲੈਵਲ ਤੱਕ ਜਾਣਾ ਜ਼ਰੂਰੀ ਹੈ। ਜੋ ਕੁਝ ਵੀ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਜਦ ਤੱਕ ਅਸੀਂ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਅਪਣਾ ਨਹੀਂ ਲੈਂਦੇ, ਉਦੋਂ ਤੱਕ ਕੁਝ ਹੋਣਾ ਨਹੀਂ। ਸਾਨੂੰ ਅੱਜ ਕੋਈ ਆ ਕੇ ਕਹਿੰਦਾ ਹੈ ਕਿ ਚਲੋ ਜੀ ਫਲਾਣੀ ਜਗ੍ਹਾ ਤੁਹਾਡੀ ਪੱਥਰੀ ਹੱਥ ਲੱਗ ਕੇ ਨਿਕਲ ਜੂਗੀ, ਆਪਾਂ ਕਹਿੰਦੇ ਚਲੋ ਫਟਾਫਟ ਚੱਲੀਏ ਕਿ ਉੱਥੇ ਜਾ ਕੇ ਕਿਸੇ ਨੇ ਕੁਛ ਅਰਦਾਸ ਕਰਨੀ ਆ ਤੇ ਸਾਡੀ ਪੱਥਰੀ ਨਿਕਲ ਜਾਣੀ ਆ, ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਣਾ, ਪਤਾ ਨਹੀਂ ਕੀ ਹੋ ਜਾਣਾ। ਔਰ ਉਹਦੇ ਵਿੱਚੋਂ ਉਹ ਕਿਉਂ ਹੋਇਆ, ਅਸੀਂ ਕਿਉਂ ਮੰਨਣਾ ਸ਼ੁਰੂ ਕਰ ਗਏ? ਕਿਉਂਕਿ ਸਾਡੇ ਵਿੱਚੋਂ ਵਿਵੇਕ ਬੁੱਧੀ ਜਿਹੜੀ ਆ ਅਸੀਂ ਉਹਨੂੰ ਮਾਈਨਸ ਕਰਤੀ। ਅਸੀਂ ਗੁਰੂ ਨਾਨਕ ਦੀ ਪਹਿਲੀ ਸਿੱਖਿਆ ਦੇ ਉੱਤੇ ਹੀ ਮੁਨਕਰ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ ਸਵਾਗਤ ਹੈ ਜੀ। ਜਿਹੜੇ ਅਸੀਂ ਹੁਣ ਤੱਕ ਜਿਹੜੇ ਐਪੀਸੋਡ ਕਰ ਰਹੇ ਹਾਂ, ਖਾਸ ਤੌਰ 'ਤੇ ਜਿਹੜੇ ਪਿਛਲੇ 2-3 ਐਪੀਸੋਡਸ ਤੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਰਹੇ ਹਾਂ। ਔਰ ਇਹ ਆਪਾਂ ਸ਼ੁਰੂ ਕੀਤਾ ਸੀਗਾ ਕਿ ਜਦੋਂ ਅਸੀਂ ਅਰਦਾਸ ਦੇ ਵਿੱਚ ਗੁਰੂ ਨਾਨਕ ਨਾਮ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨਾਂ ਵਿੱਚੋਂ ਕੀ ਲੈਣਾ ਆ, ਜਾਂ ਉਹ ਸਾਡੇ ਮਨ ਦੇ ਵਿੱਚ ਉਹ ਗੁਰੂ ਨਾਨਕ ਲਈ ਧਿਆਏ ਜਦੋਂ ਆਵੇ ਤਾਂ ਸਾਡੇ ਮਨ ਦੇ ਭਾਵ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੀ ਬੇਨਤੀ ਕਰਨੀ ਆ ਔਰ ਉਹਨਾਂ ਕੋਲੋਂ ਕੀ ਝੋਲੀ ਅੱਡ ਕੇ ਮੰਗਣਾ ਆ, ਅਸੀਂ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ। ਪਿਛਲੇ 2 ਐਪੀਸੋਡਸ ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਅਧਿਆਤਮਿਕ ਅਤੇ ਜਿਹੜਾ ਧਾਰਮਿਕ ਪੱਖ ਤੋਂ ਜਿਹੜੇ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤੇ ਨੇ, ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਮੈਂ ਇਹ ਗੱਲ ਸ਼ਾਇਦ ਪਹਿਲੇ ਦਿਨ ਤੋਂ ਹੀ ਕਹਿੰਦੀ ਆ ਰਹੀ ਹਾਂ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਾਂਗੇ ਤਾਂ ਉਹਨਾਂ ਨੂੰ ਕਿਸੇ ਡੈਫੀਨੇਸ਼ਨ ਦੇ ਵਿੱਚ ਬੰਨ੍ਹਣਾ ਉਹ ਇੱਕ ਮੂਰਖਤਾ ਹੀ ਆ, ਜਾਂ ਆਪਾਂ ਉਹਨਾਂ ਨੂੰ ਬਹੁਤ ਛੋਟਾ ਕਰਕੇ ਦੇਖਦੇ ਹਾਂ ਜਦੋਂ ਉਹਨਾਂ ਨੂੰ ਕਿਸੇ ਇੱਕ ਡੈਫੀਨੇਸ਼ਨ ਦੇ ਵਿੱਚ ਆਪਾਂ ਬੰਨ੍ਹਦੇ ਹਾਂ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਵੀ ਆਪਾਂ ਗੁਰੂ ਨਾਨਕ ਦਾ ਨਾਮ ਲੈਣਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਾਨੂੰ ਕੰਪਲੀਟਨੈਸ ਜਾਂ ਟੋਟੈਲਿਟੀ ਦੇ ਵਿੱਚ ਦੇਖਣਾ ਪਊਗਾ। ਉਸ ਟੋਟੈਲਿਟੀ ਦੇ ਵਿੱਚ ਅਧਿਆਤਮ ਵੀ ਆਊਗਾ, ਧਰਮ ਵੀ ਆਊਗਾ, ਸਮਾਜ ਵੀ ਆਊਗਾ, ਆਰਥਿਕ ਵੀ ਆਊਗਾ, ਰਾਜਨੀਤਿਕ ਜਿਹੜਾ ਉਹ ਵੀ ਹੈ ਉਹਨਾਂ ਦੇ, ਕਿਉਂਕਿ ਉਹਨਾਂ ਨੇ ਸਾਨੂੰ ਹਰ ਇੱਕ ਤਰੀਕੇ ਨਾਲ ਇੱਕ ਹੋਲਿਸਟਿਕ ਡਿਵੈਲਪਮੈਂਟ ਕੀਤੀ ਆ। ਜਿਹੜਾ ਇੱਕ ਮਨੁੱਖ ਹੈ ਉਹਦੀ ਹੋਲਿਸਟਿਕ ਡਿਵੈਲਪਮੈਂਟ ਵੱਲ ਉਹਨਾਂ ਨੇ ਇਸ਼ਾਰੇ ਕੀਤੇ ਨੇ। ਹੁਣ ਆਪਾਂ ਇਸੇ ਜਿਹੜੇ ਐਪੀਸੋਡਸ ਨੂੰ ਅੱਗੇ ਚੱਲਦੇ ਹੋਏ ਅੱਜ ਦੀ ਜਿਹੜੀ ਆਪਾਂ ਗੱਲ ਆ ਉਹ ਇਸੇ ਪੈਰਾਮੀਟਰਸ ਉੱਪਰ ਅੱਗੇ ਤੋਰਾਂਗੇ। ਆਪਾਂ ਪਿਛਲੇ ਐਪੀਸੋਡ ਤੱਕ ਇਹ ਸਮਝਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਧਰਮ ਅਤੇ ਅਧਿਆਤਮ ਦੇ ਵਿੱਚ ਫ਼ਰਕ ਕੀ ਹੈ ਔਰ ਇੱਕ ਦੂਸਰੇ ਨਾਲ ਫ਼ਰਕ ਹੁੰਦੇ ਹੋਏ ਵੀ ਇਹ ਇੱਕ ਦੂਜੇ ਨਾਲ ਜੁੜੇ ਹੋਏ ਕਿਵੇਂ ਨੇ। ਸੋ ਇਹ ਸਮਝਣ ਤੋਂ ਬਾਅਦ ਕਿ ਧਰਮ ਹੈ ਕੀ, ਵੈਸੇ ਇਸ ਉੱਪਰ ਮੈਂ ਪਿੱਛੇ 2 ਐਪੀਸੋਡ ਜਾਂ ਪਿਛਲੇ ਮੈਨੂੰ ਲੱਗਦਾ 3 ਐਪੀਸੋਡ ਹੀ ਕਰ ਚੁੱਕੀ ਹਾਂ ਕਿ ਧਰਮ ਹੈ ਕੀ ਔਰ ਇਹ ਡਿਫਰੈਂਟ ਕਿਵੇਂ ਆ, ਹੈ ਨਾ। ਬਟ ਸਟਿਲ ਮੈਂ ਇਹਨੂੰ ਇੱਕ ਵਾਰੀ ਰਿਫਰੈਸ਼ ਕਰਨ ਵਾਸਤੇ ਦੁਬਾਰਾ ਇੱਕ ਛੋਟਾ ਜਿਹਾ ਇਹਨੂੰ ਬੈਕਡ੍ਰੌਪ ਦੇ ਦਿੰਦੀ ਹਾਂ ਕਿ ਧਰਮ ਨੂੰ ਕਦੀ ਵੀ ਅਸੀਂ ਗਲਤੀ ਨਾਲ ਵੀ ਰਿਲੀਜਨ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ। ਸਾਡੀ ਤਰਾਸਦੀ ਕੀ ਆ ਕਿ ਅਸੀਂ ਹਰ ਇੱਕ ਪੰਜਾਬੀ ਗੁਰਮੁਖੀ ਜਾਂ ਸੰਸਕ੍ਰਿਤ ਜਾਂ ਹਿੰਦੀ ਦੇ ਜਿਹੜੇ ਅੱਖਰ ਆ ਉਹਨਾਂ ਨੂੰ ਅੰਗਰੇਜ਼ੀ ਪਰਿਭਾਸ਼ਾ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਮੇਸ਼ਾ ਅਸੀਂ ਗਲਤੀ ਕਿੱਥੇ ਕਰਦੇ ਹਾਂ ਕਿ ਅਸੀਂ ਜਿਹੜਾ ਵੀ ਇੱਕ ਅੱਖਰ ਸਾਡਾ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਉਹਨੂੰ ਇੰਗਲਿਸ਼ ਟਰਾਂਸਲੇਟ ਕਰ ਲੈਂਦੇ ਹਾਂ, ਔਰ ਇੰਗਲਿਸ਼ 'ਤੇ ਜਦੋਂ ਆਪਾਂ ਵਰਡ ਦੀ ਟਰਾਂਸਲੇਸ਼ਨ ਕਰਦੇ ਹਾਂ ਨਾ, ਉਸ ਅੰਗਰੇਜ਼ੀ ਦੇ ਅੱਖਰ ਦੇ ਨਾਲ ਇੱਕ ਪੂਰੀ ਦੀ ਪੂਰੀ ਆਈਡੀਓਲੋਜੀ ਵਿੱਚ ਆ ਜਾਂਦੀ ਆ। ਫਿਰ ਉਹ ਆਈਡੀਓਲੋਜੀ ਵੀ ਸਾਡੇ ਉੱਪਰ ਉੱਦਾਂ ਹੀ ਥੋਪੀ ਜਾਂਦੀ ਆ। ਫੋਰ ਐਨ ਐਗਜ਼ਾਮਪਲ, ਜਦੋਂ ਅਸੀਂ ਧਰਮ ਨੂੰ ਰਿਲੀਜਨ ਕਹਿ ਦਿੰਦੇ ਹਾਂ ਜਾਂ ਕਹਿ ਦਿੰਦੇ ਹਾਂ ਕਿ ਧਰਮ ਰਿਲੀਜਨ ਹੈ, ਤਾਂ ਫਿਰ ਰਿਲੀਜਨ ਦੀ ਇੱਕ ਆਪਣੀ ਵੈਸਟਰਨ ਫਿਲੋਸਫੀ ਹੈ ਔਰ ਵੈਸਟਰਨ ਫਿਲੋਸਫੀ ਦੇ ਅਕੋਰਡਿੰਗ ਧਰਮ ਦਾ ਕ੍ਰਿਟੀਕ ਵੀ ਹੈ, ਫਿਰ ਮਤਲਬ ਰਿਲੀਜਨ ਦਾ ਕ੍ਰਿਟੀਕ ਵੀ ਹੈ। ਔਰ ਅਸੀਂ ਉਹ ਸਾਰੇ ਜਿਹੜਾ ਕ੍ਰਿਟੀਕ ਹੈ ਔਰ ਉਹਦੀ ਜਿਹੜੀ ਫਿਲੋਸਫੀ ਹੈ, ਉਹਦੀ ਆਈਡੀਓਲੋਜੀ ਹੈ, ਉਹ ਅਸੀਂ ਆਪਣੇ ਧਰਮ ਉੱਪਰ ਵੀ ਲਾ ਲੈਂਦੇ ਹਾਂ।
ਮਾਰਕਸ ਦੀਆਂ ਗੱਲਾਂ ਅਕਸਰ ਲੋਕ ਕੋਟ ਕਰਦੇ ਆ ਕਿ ਜਿਹੜਾ ਰਿਲੀਜਨ ਹੈ ਦੈਟ ਇਜ਼ ਐਨ ਓਪੀਅਮ ਆਫ ਮਾਸਸ। ਹੁਣ ਉਹ ਰਿਲੀਜਨ ਦੀ ਗੱਲ ਕਰ ਰਹੇ, ਆਪਾਂ ਧਰਮ ਦੀ ਗੱਲ ਕਰ ਰਹੇ, ਦੋ ਅਲੱਗ-ਅਲੱਗ ਹੈ। ਪਰ ਬਿਕਾਜ਼ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਪਾਏ ਕਿ ਇਹਨਾਂ ਵਿੱਚ ਡਿਫਰੈਂਸਿਸ ਕੀ ਨੇ, ਇਹ ਅਲੱਗ-ਅਲੱਗ ਕਿਵੇਂ ਨੇ, ਇਸ ਕਰਕੇ ਅਸੀਂ ਉਹੀ ਜਿਹੜੀ ਉਹਦੀ ਫਿਲੋਸਫੀ ਆ ਉਹਨੂੰ ਆਪਣੇ ਧਰਮ ਦੇ ਉੱਤੇ ਵੀ ਲਾ ਕੇ ਦੇਖਣਾ ਸ਼ੁਰੂ ਕਰ ਦਿੱਤਾ। ਸਾਡੇ ਜਿਹੜੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹੜੀ ਇੱਕ ਪਰਟੀਕੂਲਰ ਵਿਚਾਰਧਾਰਾ ਦੇ ਲੋਕ ਜਿਨ੍ਹਾਂ ਨੂੰ ਧਰਮ ਤੋਂ ਨਫ਼ਰਤ ਆ, ਉਹ ਬਿਨਾਂ ਸੋਚੇ ਸਮਝੇ, ਬਿਨਾਂ ਸਮਝੇ ਉਹ ਰਿਲੀਜਨ ਦੀ ਜਿਹੜੀ ਆਈਡੀਓਲੋਜੀ ਆ ਉਹਨੂੰ ਧਰਮ ਦੇ ਉੱਤੇ ਲਗਾ ਕੇ ਦੇਖੀ ਜਾਂਦੇ ਆ। ਐਨੀ ਹਾਓ ਜਿਹੜੀ ਮੁੱਖ ਦੀ ਗੱਲ ਇੰਨੀ ਕਿਹਾ ਕਿ ਜਿਹੜਾ ਜਦੋਂ ਆਪਾਂ ਵਰਡ ਟਰਾਂਸਲੇਟ ਕਰਦੇ ਆ ਨਾ, ਤਾਂ ਇਹ ਸਮਝ ਕੇ ਚੱਲਿਆ ਕਰੀਏ ਕਿ ਹਰ ਇੱਕ ਅੱਖਰ ਦਾ ਸਿਨੋਨਿਮ ਜਾਂ ਉਹਨੂੰ ਸਮਾਨਾਰਥੀ ਸ਼ਬਦ ਜਾਂ ਟਰਾਂਸਲੇਟੇਬਲ ਵਰਡ ਅੰਗਰੇਜ਼ੀ ਭਾਸ਼ਾ ਦੇ ਵਿੱਚ ਮੌਜੂਦ ਨਹੀਂ ਆ। ਧਰਮ ਇੱਕ ਡਿਫਰੈਂਟ ਵਰਡ ਆ, ਰਿਲੀਜਨ ਇੱਕ ਡਿਫਰੈਂਟ ਵਰਡ ਆ। ਇਹਨੂੰ ਸਮਝਣ ਵਾਸਤੇ ਹੋਰ ਜਿਹੜਾ ਗਹਿਰਾਈ ਦੇ ਵਿੱਚ ਉਤਰਨਾ ਜ਼ਰੂਰੀ ਹੈ। ਖੈਰ ਜਿੰਨਾ ਕੁ ਸੁਪਰਫਿਸ਼ੀਅਲ ਲੈਵਲ ਦੇ ਉੱਪਰ ਹੋ ਸਕਦਾ ਸੀ ਪੋਸੀਬਲ, ਉਨੀ ਕੁ ਮੈਂ ਉਹਦੀ ਕੋਸ਼ਿਸ਼ ਕੀਤੀ ਸੀਗੀ ਦੇਣ ਦੀ, ਆਪਣੇ ਵੱਲੋਂ ਡੈਫੀਨੇਸ਼ਨਸ ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਜ਼ਿਆਦਾ ਅਗਰ ਤੁਹਾਨੂੰ ਦੁਬਾਰਾ ਦੇਖਣਾ ਹੋਵੇ ਤਾਂ ਪੁਰਾਣੇ ਜਿਹੜੇ ਐਪੀਸੋਡ ਆ ਉਹ ਇੱਕ ਵਾਰੀ ਕੱਢ ਕੇ ਦੇਖ ਸਕਦੇ ਆ। ਇਸੇ ਤਰ੍ਹਾਂ ਨਾਲ ਜਿਹੜਾ ਅੱਖਰ ਆਉਂਦਾ ਅਗਲਾ ਅਧਿਆਤਮ। ਹੁਣ ਜਿਸ ਤਰੀਕੇ ਨਾਲ ਆਪਾਂ ਧਰਮ ਦੀ ਗੱਲ ਕਹਿੰਦੀ ਹਾਂ ਮੈਂ ਕਿ ਧਰਮ ਨੂੰ ਰਿਲੀਜਨ ਨਹੀਂ ਕਿਹਾ ਜਾ ਸਕਦਾ ਪ੍ਰੋਪਰਲੀ, ਕਿ ਪੂਰੀ ਤਰ੍ਹਾਂ ਨਾਲ ਰਿਲੀਜਨ ਦੀ ਡੈਫੀਨੇਸ਼ਨ ਧਰਮ ਦੇ ਉੱਤੇ ਫਿੱਟ ਨਹੀਂ ਹੁੰਦੀ, ਬਿਲਕੁਲ ਇਸੇ ਤਰੀਕੇ ਨਾਲ ਪੂਰੀ ਤਰ੍ਹਾਂ ਨਾਲ ਸਪਿਰਿਚੁਅਲਿਜ਼ਮ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਅਧਿਆਤਮ ਦੇ ਉੱਤੇ ਫਿੱਟ ਨਹੀਂ ਹੁੰਦੀ। ਸੋ ਇੱਕ ਤਾਂ ਇਹ ਗੱਲ ਆਪਾਂ ਸਮਝ ਕੇ ਚੱਲੀਏ। ਫਿਰ ਅਗਲੀ ਗੱਲ ਆਉਂਦੀ ਆ ਕਿ ਇਹਨਾਂ ਦੇ ਫਰਕ ਸਮਝ ਲਈਏ ਔਰ ਬਾਅਦ 'ਚ ਸਮਝ ਲਈਏ ਕਿ ਇਹ ਜੁੜਦੇ ਕਿਦੋਂ ਆ। ਹੁਣ ਸਾਨੂੰ ਜਿਹੜੀਆਂ ਵੈਸਟਰਨ ਡੈਫੀਨੇਸ਼ਨਸ ਆ ਉਹਨਾਂ ਨੂੰ ਪਿੱਛੇ ਛੱਡ ਕੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਲੱਗ ਕੇ ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦੇ ਵਿਅਕਤਿਤਵ ਅਤੇ ਉਹਨਾਂ ਦੀ ਬਾਣੀ ਵਿੱਚੋਂ ਧਰਮ ਅਤੇ ਅਧਿਆਤਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਤਾਂ ਸਾਡੇ ਸਮਝ ਵਿੱਚ ਪੰਥ ਆਏਗਾ ਕਿ ਪੰਥ ਹੈ ਕੀ, ਉਹ ਕਿਹੜੇ ਪੰਥ ਦੀ ਗੱਲ ਕਰਦੇ ਆ। ਫਿਰ ਸਾਨੂੰ ਗੁਰੂ ਪਾਤਸ਼ਾਹ ਦੇ ਬੋਲ ਜਿਹੜੇ ਨੇ ਉਹ ਪੱਲੇ ਪੈਣਗੇ, ਗੁਰੂ ਸਤਿਗੁਰ ਦਾਤੇ ਪੰਥ ਬਤਾਇਆ, ਹਰ ਮਿਲਿਆ ਆਏ ਪ੍ਰਭ ਮੇਰੀ। ਉਹ ਕਿਹੜੇ ਪੰਥ ਦੀ ਗੱਲ ਕਰਦੇ ਨੇ। ਫਿਰ ਸਾਰੇ ਪੱਲੇ ਪਊਗਾ ਕਿ ਕਿਉਂ ਭਾਈ ਗੁਰਦਾਸ ਜਿਹੜੇ ਇਹਨੂੰ ਨਿਰਮਲ ਪੰਥ ਕਹਿੰਦੇ ਆ। ਫਿਰ ਜਦੋਂ ਤੱਕ ਆਪਾਂ ਇਹ ਨਖੇੜਾ ਨਹੀਂ ਕਰਦੇ ਕਿ ਰਿਲੀਜਨ, ਸਪਿਰਿਚੁਅਲਿਜ਼ਮ, ਧਰਮ ਅਤੇ ਅਧਿਆਤਮ ਅਲੱਗ-ਅਲੱਗ ਚੀਜ਼ਾਂ ਨੇ, ਉਦੋਂ ਤੱਕ ਸਾਡੇ ਪੱਲੇ ਨਹੀਂ ਪੈਣਾ। ਉਦੋਂ ਤੱਕ ਵੈਸਟਰਨ ਫਿਲੋਸਫੀ ਨੂੰ ਹੀ ਅਸੀਂ ਆਪਣੇ ਧਰਮ ਦੀ ਗੱਲ ਮੰਨੀ ਜਾਵਾਂਗੇ। ਹੁਣ ਜਦੋਂ ਫਿਰ ਉੱਥੇ ਹੀ ਆਉਣੀ ਆ ਕਿ ਜਦੋਂ ਅਸੀਂ ਪੰਥ ਸਮਝ ਗਏ ਨਾ, ਜਦੋਂ ਆਪਾਂ ਗੁਰੂ ਨਾਨਕ ਦੇ ਚਰਨੀ ਲੱਗ ਕੇ ਗੁਰੂ ਨਾਨਕ ਦੀ ਜੀਵਨ ਸ਼ੈਲੀ ਦੇ ਵਿੱਚੋਂ ਧਰਮ ਅਤੇ ਅਧਿਆਤਮ ਨੂੰ ਸਮਝ ਲਿਆ ਔਰ ਉਸ ਸਮਝ ਦੇ ਵਿੱਚੋਂ ਸਾਨੂੰ ਪੰਥ ਦੀ ਸਮਝ ਆ ਗਈ ਕਿ ਪੰਥ ਕੀ ਆ, ਕਿਹੜਾ ਪੰਥ ਗੁਰੂ ਸਤਿਗੁਰ ਸਾਨੂੰ ਦੱਸਦਾ ਆ, ਹੈ ਨਾ। ਗੁਰੂ ਸਤਿਗੁਰ ਦਾਤੇ ਪੰਥ ਬਤਾਇਆ, ਉਹ ਕਿਹੜਾ ਪੰਥ ਬਤਾਉਂਦੇ ਆ। ਉਦੋਂ ਫਿਰ ਅੱਗੇ ਸਾਡਾ ਜਿਹੜੀ ਆਪਾਂ ਉਹਦੇ ਧਾਰਮਿਕ ਰੂਲਸ ਨੂੰ ਫੋਲੋ ਕਰਨਾ ਸ਼ੁਰੂ ਕਰ ਦੇਵਾਂਗੇ। ਫਿਰ ਸਾਨੂੰ ਸਮਝ ਲਊਗੀ ਕਿ ਇੱਕ ਐਸਾ ਪੰਥ ਜਿਹਦੇ ਧਾਰਮਿਕ ਰੂਲ ਹੀ ਗੁਰੂ ਨਾਨਕ ਨੇ ਇਸ ਤਰੀਕੇ ਨਾਲ ਫਾਰਮੂਲੇਟ ਕੀਤੇ ਕਿ ਉਹਨਾਂ ਉੱਤੇ ਚੱਲਦੇ ਹੋਏ ਜਿਹੜੀ ਸਾਡੀ ਬੋਡੀ ਆ, ਜਿਹੜਾ ਇਹ ਸਰੀਰ ਆ, ਕਰਮ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇਸ ਸਰੀਰ ਰੂਪੀ ਕਰਮ ਭੂਮੀ ਨੂੰ ਅਸੀਂ ਅਧਿਆਤਮ ਦੇ ਲਈ ਤਿਆਰ ਕਰ ਸਕਦੇ ਹਾਂ। ਉਸ ਅਧਿਆਤਮਿਕ ਸਫ਼ਰ ਦੇ ਲਈ ਆਪਾਂ ਉਹਨੂੰ ਤਿਆਰ ਕਰ ਸਕਦੇ ਹਾਂ। ਔਰ ਉਸ ਅਧਿਆਤਮਿਕ ਸਫ਼ਰ ਦੇ ਉੱਤੇ ਚੱਲਦੇ ਹੋਏ ਜਿਹੜਾ ਮਨ ਹੈ, ਪਹਿਲਾਂ ਤਾਂ ਉਹ ਧਾਰਮਿਕ ਰੂਲਸ ਦੇ ਉੱਤੇ ਚੱਲਦੇ ਹੋਏ ਜਿਹੜਾ ਮਨ ਹੈ ਉਹ ਆਪਣਾ ਮੂਲ ਜਿਹੜਾ ਉਹ ਪਛਾਣਨਾ ਸ਼ੁਰੂ ਕਰ ਦਿੰਦਾ। ਕਿਉਂਕਿ ਧਾਰਮਿਕ ਰੂਲ ਜਿਹੜੇ ਗੁਰੂ ਨਾਨਕ ਨੇ ਸਾਨੂੰ ਫਾਰਮੂਲੇਟ ਕਰਕੇ ਦਿੱਤੇ ਆ, ਉਹ ਉਹਨਾਂ ਨੇ ਦਿੱਤੇ ਹੀ ਇਸ ਤਰੀਕੇ ਨਾਲ ਕਿ ਸਾਨੂੰ, ਔਰ ਉਹ ਇਕੱਲੇ ਧਾਰਮਿਕ ਦਾ ਫਿਰ ਉੱਥੇ ਹੀ ਗੱਲ ਆ ਜਾਂਦੀ ਆ ਕਿ ਧਾਰਮਿਕ ਦਾ ਮਤਲਬ ਕਿਸੇ ਥੀਓਲੋਜੀ ਤੋਂ ਨਹੀਂ ਹੈ, ਸਿਰਫ ਥੀਓਲੋਜੀ ਤੋਂ ਨਹੀਂ ਹੈ। ਗੁਰੂ ਨਾਨਕ ਜਦੋਂ ਸਾਨੂੰ ਧਰਮ ਦੇ ਰੂਲ ਦੱਸਦੇ ਨੇ ਤਾਂ ਉਹ ਸਾਨੂੰ ਸਮਾਜਿਕ ਔਰ ਆਰਥਿਕ ਔਰ ਉਹਦੇ ਵਿੱਚ ਰਾਜਨੀਤਿਕ ਹਰ ਇੱਕ ਪੱਖ ਤੋਂ ਸਾਨੂੰ ਸਾਡਾ ਧਰਮ ਦੱਸਦੇ ਨੇ ਕਿ ਤੁਹਾਡਾ ਕਰਮ ਜਿਹੜਾ ਉਹ ਧਰਮ ਕਿੱਦਾਂ ਬਣਨਾ ਚਾਹੀਦਾ ਹੈ, ਉਹ ਦੱਸਦੇ ਨੇ। ਔਰ ਉਹਨਾਂ ਉੱਤੇ ਚੱਲਦੇ ਹੋਏ ਜਿਹੜਾ ਸਾਡਾ ਮਨ ਹੈ ਉਹ ਆਪਣਾ ਸਰੂਪ ਪਛਾਣਦਾ ਜਾਊਗਾ, ਕਿਉਂਕਿ ਅਸੀਂ ਨਿਰਭਉ ਨਿਰਵੈਰ ਵੱਲ ਵੱਧਦੇ ਜਾਵਾਂਗੇ। ਫਿਰ ਜਾ ਕੇ ਉਹ ਗੱਲ ਆਊਗੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਉਹ ਜਦੋਂ ਆਪਣਾ ਮੂਲ ਪਛਾਣ ਲਊਗਾ ਮਨ, ਉਦੋਂ ਅਧਿਆਤਮਿਕਤਾ ਵਾਸਤੇ ਤਿਆਰ ਹੋ ਜਾਊਗਾ। ਹੁਣ ਅਧਿਆਤਮਿਕ ਰਸਤੇ ਦੇ ਚੱਲਣ ਦੇ ਯੋਗ ਜਦੋਂ ਹੋ ਗਿਆ, ਉਦੋਂ ਫਿਰ ਉਹ ਅਧਿਆਤਮਿਕ ਰਸਤਾ ਹੀ ਐਸਾ ਹੈ ਜੋ ਮਨ ਨੂੰ ਅਗਲੇ ਪੜਾਅ ਵਾਸਤੇ ਤਿਆਰ ਕਰੂਗਾ। ਅਗਲਾ ਪੜਾਅ ਕਿਹੜਾ? ਸ਼ਬਦ ਨੂੰ ਸਮਝਣਾ, ਸ਼ਬਦ ਨੂੰ ਆਪਣੇ ਅੰਦਰ ਵਸਾਉਣਾ, ਸ਼ਬਦ ਨੂੰ ਨਾਲ ਲੈ ਕੇ ਚੱਲਣਾ ਔਰ ਸ਼ਬਦ ਵਿੱਚ ਹੀ ਲੀਨ ਹੋ ਜਾਣਾ, ਜਿਹਨੂੰ ਗੁਰੂ ਪਾਤਸ਼ਾਹ ਹਰ ਇੱਕ ਸਿੱਖ ਨੂੰ ਹੁਕਮ ਕਰਦੇ ਨੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ। ਹੁਣ ਉਹ ਗੁਰਬਾਣੀ ਬਣਨ ਦਾ ਜਿਹੜੀ ਵਿਧ ਹੈ ਉਹ ਇੱਥੋਂ ਸ਼ੁਰੂ ਹੋਣੀ ਆ।
ਪਹਿਲਾਂ ਅਸੀਂ ਧਰਮ ਦੇ ਉੱਤੇ ਚੱਲਾਂਗੇ, ਯਾਨੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਨਿਯਮਾਂ ਦੇ ਉੱਤੇ ਚੱਲਾਂਗੇ। ਉਸ ਤੋਂ ਬਾਅਦ ਸਾਡਾ ਮਨ ਆਪਣੇ ਆਪ ਸ਼ੁੱਧ ਹੁੰਦਾ ਹੋਇਆ ਆਪਣਾ ਸਰੂਪ ਪਹਿਚਾਣੂਗਾ। ਫਿਰ ਉਹ ਸਾਨੂੰ ਅਧਿਆਤਮਿਕ ਰਸਤੇ ਦੇ ਉੱਤੇ ਤੁਰੂਗਾ, ਔਰ ਅਧਿਆਤਮਿਕ ਰਸਤੇ ਦੇ ਉੱਤੇ ਤੁਰਦੇ ਹੋਏ ਸਾਡੀ ਜਿਹੜੀ ਆਤਮਾ ਹੈ ਉਹ ਅੰਦਰੋਂ ਖਿਲ ਕੇ ਉਹ ਗੁਰਬਾਣੀ ਆਪਣੇ ਆਪ ਬਣ ਜੂਗੀ। ਜਦੋਂ ਤੁਸੀਂ ਗੁਰਬਾਣੀ ਬਣ ਜਾਂਦੇ ਆ, ਜਦੋਂ ਉਸ ਰਸਤੇ ਨੂੰ ਆਪਾਂ ਤੈਅ ਕਰ ਲੈਂਦੇ ਹਾਂ ਗੁਰਬਾਣੀ ਬਣਨ ਤੱਕ, ਉਦੋਂ ਫਿਰ ਜਦੋਂ ਬੰਦ ਕੱਟੇ ਜਾਂਦੇ ਆ ਤਾਂ ਫਿਰ ਹੌਕਾ ਨਹੀਂ ਨਿਕਲਦਾ। ਹੁਣ ਇੱਕ ਬੰਦਾ ਜਿਹੜਾ ਧਰਮ ਦੇ ਉੱਤੇ ਵੀ ਪੂਰੀ ਤਰ੍ਹਾਂ ਨਹੀਂ ਚੱਲ ਰਿਹਾ, ਮੇਰੇ ਵਰਗਾ, ਤਾਂ ਉਹਨੂੰ ਇਹ ਗੱਲ ਬੜੀ ਅਜੀਬ ਲੱਗ ਸਕਦੀ ਆ ਕਿ ਬਿਨਾਂ ਸਿਰ ਦੇ ਕੋਈ ਬਾਬਾ ਕਿੱਦਾਂ ਲੜ ਸਕਦਾ ਆ, ਕਿਸੇ ਇੱਕ ਦੇ ਬੰਦ ਕਿਵੇਂ ਕੱਟੇ ਜਾ ਸਕਦੇ ਆ, ਕਿਸੇ ਨੂੰ ਦੇਗਾਂ ਦੇ ਵਿੱਚ ਕਿੱਦਾਂ ਉਬਾਲਿਆ ਜਾ ਸਕਦਾ, ਕਿਸੇ ਨੂੰ ਚਰਖੜੀਆਂ 'ਤੇ ਕਿੱਦਾਂ ਚੜ੍ਹਾਇਆ ਜਾ ਸਕਦਾ। ਇਹ ਕਿਵੇਂ ਹੋ ਸਕਦਾ ਕਿ ਕੁਛ ਮਾਵਾਂ ਜਿਹੜੀਆਂ ਉਹ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ 'ਚ ਪਵਾ ਲੈਣ ਅਤੇ ਸੀ ਨਾ ਕਰਨ, ਕਿਉਂਕਿ ਉਹ ਲੋਕ ਗੁਰਬਾਣੀ ਹੋ ਚੁੱਕੇ ਸੀ, ਉਹ ਗੁਰਬਾਣੀ ਬਣ ਗਏ ਸੀ। ਹੁਣ ਇਹ ਜਿਹੜਾ ਇੱਕ ਡਿਫਰੈਂਸ ਹੈਗਾ, ਇੱਕ ਲੈਵਲ ਦਾ ਡਿਫਰੈਂਸ ਆ, ਇਹ ਜਦ ਤੱਕ ਉਹ ਲੈਵਲ ਸਮਝਿਆ ਨਹੀਂ ਜਾਂਦਾ ਤਦ ਤੱਕ ਉਸਨੂੰ ਇਸ ਪੂਰੇ ਜਿਹੜਾ ਵਰਤਾਰਾ ਉਹਨੂੰ ਸਮਝਣਾ ਔਖਾ ਆ। ਮੇਰੇ ਵਰਗੇ ਜਿਹੜੇ ਆਮ ਲੋਕ ਆ ਉਹ ਇਸ ਨੂੰ ਮੈਜਿਕ ਦੇ ਨਾਲ ਜੋੜਨਗੇ, ਉਹ ਇਸ ਨੂੰ ਕਹਿਣਗੇ ਕਿ ਲੈ ਤਾਂ ਜਾਦੂ ਦੀ ਗੱਲ ਆ ਕਿ ਸਿਰ ਕੱਟੇ ਤੋਂ ਬਿਨਾਂ ਸਿਰ ਹੈ ਨਹੀਂ ਔਰ ਇੱਕ ਬਜ਼ੁਰਗ ਬੰਦਾ ਲੜਦਾ ਜਾ ਰਿਹਾ, ਇਹ ਤਾਂ ਜਾਦੂ ਆ, ਤਾਂ ਚਮਤਕਾਰ ਦੀ ਗੱਲ ਆ। ਪਰ ਇਹ ਚਮਤਕਾਰ ਦੀ ਗੱਲ ਨਹੀਂ, ਇਹ ਗੁਰਬਾਣੀ ਹੋ ਜਾਣ ਦਾ ਫਲਸਫਾ ਆ। ਔਰ ਜਦੋਂ ਗੁਰਬਾਣੀ ਹੋ ਜਾਂਦੇ ਫਿਰ ਸਿਰਫ ਸ਼ਬਦ ਹੋ ਜਾਂਦੇ ਆ, ਸਿਰਫ ਸ਼ਬਦ ਰਹਿ ਜਾਂਦਾ। ਹੁਣ ਜਦੋਂ ਗੁਰਬਾਣੀ ਬਣ ਕੇ ਔਰ ਜਿਹੜਾ ਸਿੱਖ ਦੀ ਸੰਪੂਰਨਤਾ ਹੈ ਉਹ ਗੁਰਬਾਣੀ ਬਣ ਕੇ ਹੀ ਆ। ਉਹ ਬਿਨਾਂ ਗੁਰਬਾਣੀ ਦੇ ਜਿਹੜਾ ਅੱਧ ਅਧੂਰੇ ਰਸਤੇ ਦੇ ਵਿੱਚ ਪੋਸੀਬਿਲਿਟੀ ਨਹੀਂ ਆ। ਜਿਵੇਂ ਆਪਾਂ ਕਹਿੰਦੇ ਹਾਂ ਕਿ PhD ਜਿਹੜੀ ਆ ਉਹ ਐਜੂਕੇਸ਼ਨ ਦੇ ਵਿੱਚ ਸਭ ਤੋਂ ਹਾਈਐਸਟ ਐਜੂਕੇਸ਼ਨ ਆ, ਉਸ ਤੋਂ ਬਾਅਦ ਫਿਰ ਅੱਗੇ ਬੰਦਾ ਸਿੱਖਦਾ ਤਾਂ ਰਹਿ ਸਕਦਾ ਆ, ਬਟ ਅੱਗੇ ਤੁਹਾਨੂੰ ਡਿਗਰੀ ਕੋਈ ਨਹੀਂ ਮਿਲਣੀ। ਸੋ ਇਸੇ ਤਰੀਕੇ ਨਾਲ ਜਦੋਂ ਤੁਸੀਂ ਗੁਰਬਾਣੀ ਬਣ ਜਾਂਦੇ, ਹੁਣ ਮੈਂ ਗੁਰਬਾਣੀ ਨੂੰ PhD ਦੇ ਨਾਲ ਤਾਂ ਰਿਲੇਟ ਨਹੀਂ ਕਰੂੰਗੀ, ਬਟ ਮੈਂ ਸਟਿਲ ਇੰਨੀ ਕੁ ਗੱਲ ਸਿਰਫ ਸਮਝਾਉਣ ਮਾਤਰ ਇਹ ਗੱਲ ਜ਼ਰੂਰ ਕਹੂੰਗੀ ਕਿ ਉਸ ਲੈਵਲ ਤੱਕ ਜਾਣਾ ਇੰਪੋਰਟੈਂਟ ਆ, ਉਸ ਲੈਵਲ ਦੇ ਲੋਕਾਂ ਨੂੰ ਸਮਝਣ ਦੇ ਲਈ। ਉਹਨਾਂ ਲੋਕਾਂ ਦੀ ਜਿਹੜੇ ਅੰਦਰੋਂ ਉਹਨਾਂ ਦੀ ਇੱਕ ਜਿਹੜੀ ਅੰਦਰੋਂ ਕਰਾਮਾਤ ਫੁੱਟਦੀ ਸੀ, ਉਸ ਕਰਾਮਾਤ ਨੂੰ ਸਮਝਣ ਦੇ ਲਈ ਉਸ ਲੈਵਲ ਤੱਕ ਜਾਣਾ ਜ਼ਰੂਰੀ ਹੈ। ਆਪਾਂ ਨਰਸਰੀ ਵਿੱਚ ਵੀ ਐਡਮਿਸ਼ਨ ਨਹੀਂ ਲਈ ਔਰ PhD ਵਾਲੇ ਬੰਦੇ ਦੇ ਉੱਤੇ ਕਿੰਤੂ ਕਰੀਏ ਤਾਂ ਉਹ ਸਾਡੀ ਬੇਵਕੂਫੀ ਆ, ਜੋ ਅਸੀਂ ਬਖੂਬੀ ਕਰਦੇ ਹਾਂ। ਖੈਰ, ਆਪਾਂ ਅੱਗੇ ਚੱਲਦੇ ਹਾਂ। ਹੁਣ ਗੁਰਬਾਣੀ ਕੌਣ, ਕਿਵੇਂ ਅਤੇ ਕਦੋਂ ਬਣ ਸਕਦਾ, ਇਹ ਇੱਕ ਪ੍ਰੈਕਟੀਕਲ ਅਤੇ ਇੰਡੀਪੈਂਡੈਂਟ ਜਰਨੀ ਹੈ। ਇਸ ਗੱਲ ਨੂੰ ਵੀ ਸਮਝਣਾ ਓਨਾ ਹੀ ਲਾਜ਼ਮੀ ਹੈ ਜਿੰਨਾ ਹੁਣ ਤੱਕ ਜੋ ਆਪਾਂ ਗੱਲਾਂ ਕੀਤੀਆਂ ਉਹਨਾਂ ਨੂੰ ਸਮਝਣਾ। ਜਿਹੜੀ ਇੰਡੀਵਿਜੂਅਲ ਪ੍ਰੈਕਟੀਕਲ ਜਰਨੀ ਦਾ ਮਤਲਬ ਕੀ ਆ? ਇੱਕ ਤਾਂ ਪ੍ਰੈਕਟੀਕਲ ਉਹ ਇਸ ਕਰਕੇ ਆ ਕਿ ਜਦੋਂ ਤੱਕ ਅਸੀਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਿੱਤੇ ਹੋਏ ਜਿਹੜੇ ਧਾਰਮਿਕ ਸਾਨੂੰ ਰੂਲਸ ਆ, ਆਪਾਂ ਉਹਨਾਂ ਨੂੰ ਫੋਲੋ ਨਹੀਂ ਕਰਦੇ, ਸਾਡੇ ਅੰਦਰ ਸਾਡਾ ਜਿਹੜਾ ਸਰੀਰ ਆ ਉਹ ਉਸ ਅਧਿਆਤਮ ਦੇ ਵਾਸਤੇ ਤਿਆਰ ਹੀ ਨਹੀਂ ਹੋਣਾ ਜਿਸ ਦੇ ਉੱਪਰ ਚੱਲਦੇ ਹੋਏ ਅਸੀਂ ਗੁਰਬਾਣੀ ਨੂੰ ਪਾਉਣਾ ਆ, ਗੁਰਬਾਣੀ ਬਣਨਾ ਆ, ਉਹਦੇ ਵਾਸਤੇ ਤਿਆਰ ਹੀ ਨਹੀਂ ਹੋਣਾ। ਸੋ ਇੱਕ ਤਾਂ ਇਹ ਪ੍ਰੈਕਟੀਕਲ ਜਰਨੀ ਆ। ਬਾਕੀ ਸਾਰੀਆਂ ਗੱਲਾਂ ਜੋ ਮੈਂ ਕਰੀ ਜਾਂਦੀ ਹਾਂ ਜਾਂ ਤੁਸੀਂ ਸੁਣੀ ਜਾਂਦੇ ਆ, ਉਹ ਸਭ ਗੱਲਾਂ ਆ। ਉਹਨਾਂ ਦੇ ਵਿੱਚ ਗੁਰਬਾਣੀ ਬਣਨ ਤੱਕ ਦਾ ਸਿਰਫ ਇੱਕ ਵਿਚਾਰ ਵਟਾਂਦਰਾ ਤਾਂ ਹੈ, ਪਰ ਜਿਹੜਾ ਮਾਰਗ ਹੈ ਉਹ ਖੁੱਲ੍ਹਣਾ ਪ੍ਰੈਕਟੀਕੈਲਿਟੀ ਦੇ ਨਾਲ। ਜੋ ਕੁਛ ਵੀ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਜਦ ਤੱਕ ਅਸੀਂ ਆਪਣੇ ਵਿਅਕਤੀਗਤ ਜੀਵਨ ਦੇ ਵਿੱਚ ਅਪਣਾ ਨਹੀਂ ਲੈਂਦੇ, ਉਦੋਂ ਤੱਕ ਕੁਛ ਹੋਣਾ ਨਹੀਂ। ਸੋ ਇੱਕ ਤਾਂ ਇਹ ਗੱਲ ਹੋ ਗਈ ਕਿ ਇਹ ਪ੍ਰੈਕਟੀਕਲ ਜਰਨੀ ਹੈ। ਦੂਸਰੀ ਗੱਲ ਹੈ ਕਿ ਇਹ ਇੰਡੀਪੈਂਡੈਂਟ ਜਰਨੀ ਹੈ। ਇਹਦਾ ਮਤਲਬ ਕੀ ਆ? ਦੇਖੋ, ਮੇਰੀ ਜਰਨੀ ਕੁਛ ਹੋਰ ਹੋਊਗੀ, ਕਿਸੇ ਹੋਰ ਦੀ ਕੁਛ ਹੋਰ, ਤੁਹਾਡੀ ਕੁਛ ਹੋਰ। ਉਹ ਲੋਕ ਜੋ ਪਰਮਾਤਮਾ ਦੀ ਹੋਂਦ ਤੋਂ ਹੀ ਮੁਨਕਰ ਨੇ, ਜੋ ਕਹਿੰਦੇ ਨੇ ਕਿ ਪਰਮਾਤਮਾ ਹੈ ਹੀ ਨਹੀਂ, ਉਹਨਾਂ ਦੀ ਆਪਣੀ ਵੱਖਰੀ ਜਰਨੀ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਇੰਡੀਵਿਜੁਅਲਿਟੀ ਨੂੰ ਐਕਸੈਪਟ ਅਤੇ ਰਿਸਪੈਕਟ ਕਰਨਾ ਸ਼ੁਰੂ ਕਰੀਏ। ਇਹਦਾ ਕਾਰਨ ਕੀ ਆ? ਜਦੋਂ ਅਸੀਂ ਰਿਸਪੈਕਟ ਨਹੀਂ ਕਰਦੇ, ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਕਿ ਮੈਂ ਇਹ ਮੰਨਦਾ ਹਾਂ ਅਤੇ ਤੂੰ ਵੀ ਇਹ ਮੰਨ, ਤਾਂ ਉੱਥੇ ਆਪਾਂ ਆਪਣੇ ਰਸਤੇ ਜਿਹੜੇ ਨਾ ਉਹ ਰੋਕ ਦਿੰਦੇ ਹਾਂ, ਆਪਾਂ ਬਲੌਕ ਕਰ ਦਿੰਦੇ ਹਾਂ। ਇਹ ਮੰਨ ਲਈਏ ਕਿ ਹਰ ਇੱਕ ਦੀ ਜਿਹੜੀ ਜਰਨੀ ਆ ਉਹ ਡਿਫਰੈਂਟ ਆ ਔਰ ਗੁਰੂ ਪਾਤਸ਼ਾਹ ਦੀ ਮਿਹਰ ਦੇ ਨਾਲ ਹੀ ਇਹ ਰਸਤੇ ਖੁੱਲ੍ਹਣੇ ਆ। ਹੁਣ ਕਿਸੇ ਦੇ ਉੱਤੇ ਇਹ ਮਿਹਰ ਛੇਤੀ ਹੋ ਸਕਦੀ ਆ, ਕਿਸੇ ਉੱਤੇ ਲੇਟ ਹੋ ਸਕਦੀ ਆ, ਜਾਂ ਹੋ ਸਕਦਾ ਕਿਸੇ ਉੱਤੇ ਹੋਵੇ ਹੀ ਨਾ। ਅਤੇ ਇਸ ਕਰਕੇ ਆਪਣੇ ਆਪ ਨਾਲੋਂ ਮਤਲਬ ਇਸ ਪ੍ਰੈਕਟੀਕਲ ਜਰਨੀ ਵਾਸਤੇ ਸਿਰਫ ਆਪਣੇ ਆਪ ਨੂੰ ਹੀ ਤਿਆਰ ਕੀਤਾ ਜਾ ਸਕਦਾ, ਆਪਣੇ ਬੱਚਿਆਂ ਨੂੰ ਵੀ ਤਿਆਰ ਨਹੀਂ ਕੀਤਾ ਜਾ ਸਕਦਾ। ਇਹਦੀ ਜਿਹੜੀ ਬੈਸਟ ਐਗਜ਼ਾਮਪਲ ਆ ਉਹ ਗੁਰੂ ਨਾਨਕ ਪਾਤਸ਼ਾਹ ਆਪਣੀ ਲਾਈਫ ਦੇ ਵਿੱਚ ਹੀ ਦੇ ਦਿੰਦੇ ਨੇ, ਆਪਣੇ ਦੋਵਾਂ ਪੁੱਤਰਾਂ ਦੇ ਰੂਪ ਦੇ ਵਿੱਚ। ਹੁਣ ਗੁਰੂ ਨਾਨਕ ਪਾਤਸ਼ਾਹ ਦੀ ਅੰਸ਼ ਹੋਣ ਦੇ ਬਾਵਜੂਦ ਵੀ, ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਰੱਬੀ ਰੂਹਾਨੀਅਤ ਉਹਨਾਂ ਦੇ ਵਿੱਚ ਹੈ, ਉਹਦਾ ਇੱਕ ਅੰਸ਼ ਹੋਣ ਦੇ ਬਾਵਜੂਦ ਵੀ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਪਾਉਂਦੇ। ਇਹ ਸਿਰਫ ਇੱਕ ਸੰਕੇਤ ਮਾਤਰ ਸਾਡੇ ਵਾਸਤੇ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਆਸ-ਪਾਸ ਹਰ ਕਿਸੇ ਨੂੰ ਉਸੇ ਜਰਨੀ ਦੇ ਉੱਤੇ ਤੋਰ ਲਓਗੇ।
ਸੋ ਇਸ ਕਰਕੇ ਆਪਣੇ ਰਸਤੇ ਉੱਤੇ ਆਪਾਂ ਚੱਲਦੇ ਰਹੀਏ। ਬਾਕੀ ਇੰਡੀਵਿਜੁਅਲਿਟੀ ਆ ਹਰ ਕਿਸੇ ਦੀ, ਉਹਨੂੰ ਐਕਸੈਪਟ ਕਰਦੇ ਜਾਓ, ਉਹਨੂੰ ਰਿਸਪੈਕਟ ਕਰਦੇ ਜਾਓ। ਹਾਂ, ਜੇਕਰ ਤੁਹਾਡੀ ਇੰਡੀਵਿਜੁਅਲਿਟੀ ਨੂੰ ਕੋਈ ਐਕਸੈਪਟ ਐਂਡ ਰਿਸਪੈਕਟ ਨਹੀਂ ਕਰਦਾ ਤਾਂ ਆਪਣੇ ਜਵਾਬ ਤਿਆਰ ਰੱਖੋ। ਸੋ ਇੱਕ ਤਾਂ ਇਹ ਗੱਲ ਸਮਝ ਲਈਏ। ਦੂਸਰੀ ਗੱਲ ਜਿਹੜੀ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਮੱਥਾ ਟੇਕ ਲੈਣਾ, ਜਦੋਂ ਆਪਾਂ ਪ੍ਰੈਕਟੀਕੈਲਿਟੀ ਦੀ ਗੱਲ ਕਰਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ। ਆਪਾਂ ਇਹ ਸ਼ੁਰੂ ਤੋਂ ਵੀ ਗੱਲ ਕੀਤੀ ਸੀਗੀ ਕਿ ਬਹੁਤ ਸਾਰੇ ਅਸੀਂ ਐਸੇ ਲੋਕ ਹਾਂ ਕਿ ਜਿਹੜੇ ਜਾਂਦੇ ਹਾਂ ਗੁਰਦੁਆਰਾ ਸਾਹਿਬ, ਸਾਨੂੰ ਪਤਾ ਹੁੰਦਾ ਕਿ ਅਸੀਂ ਬਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਟੇਕਿਆ, ਲੰਗਰ ਛਕਿਆ, ਗੱਲਾਂ ਬਾਤਾਂ ਮਾਰੀਆਂ ਔਰ ਘਰ ਆ ਗਏ, ਬਸ ਇੰਨਾ ਕਿ ਇੱਥੋਂ ਤੱਕ ਆਪਾਂ ਆਪਣੇ ਆਪ ਨੂੰ ਸੀਮਿਤ ਕੀਤਾ ਹੋਇਆ। ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਉਹ ਤੁਸੀਂ ਇੱਕ ਕਰਮਕਾਂਡ ਦੇ ਵਿੱਚ ਪੈ ਗਏ। ਕਿਉਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਨਾ ਮੱਥਾ ਟੇਕਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਔਰ ਉਸ ਬਾਣੀ ਨੂੰ ਸਰੈਂਡਰ ਕਰਨਾ ਸੀਗਾ। ਔਰ ਉਸ ਬਾਣੀ ਨੂੰ ਸਰੈਂਡਰ ਕਰਨ ਦਾ ਮਤਲਬ ਹੈ ਕਿ ਉਸ ਦਾ ਕੱਲਾ ਕੱਲਾ ਸ਼ਬਦ, ਉਸ ਦਾ ਕੱਲਾ ਕੱਲਾ ਅੱਖਰ ਸਾਡੇ ਅੰਦਰ ਵਸਣਾ ਚਾਹੀਦਾ ਸੀ। ਪਰ ਅਸੀਂ ਉਹ ਸੁਣਨਾ ਹੀ ਬੰਦ ਕਰ ਦਿੱਤਾ। ਅਸੀਂ ਆਪਣੇ ਅੰਦਰ ਸ਼ਬਦ ਜਾਂ ਅੱਖਰ ਤੱਕ ਹੀ ਵਸਾਉਣੇ ਸੀਗੇ, ਅਸੀਂ ਉਹ ਬਾਣੀ ਸੁਣਨੀ ਹੀ ਬੰਦ ਕਰ ਦਿੱਤੀ। ਮੈਂ ਬਹੁਤ ਵਾਰ ਇਹ ਗੱਲ ਕਰ ਚੁੱਕੀ ਹਾਂ ਕਿ ਅਕਸਰ ਅਸੀਂ ਆਪਣੇ ਘਰਾਂ ਦੇ ਵਿੱਚ ਅਖੰਡ ਪਾਠ ਕਰਵਾਉਂਦੇ ਹਾਂ, ਜਾਂ ਅੱਜ ਕੱਲ੍ਹ ਤਾਂ ਇੱਕ ਹੋਰ ਰੀਤ ਆ ਕਿ ਗੁਰਦੁਆਰਾ ਸਾਹਿਬ ਫੋਨ ਕਰ ਦਿੰਦੇ ਕਿ ਜੀ ਮੇਰਾ ਅਖੰਡ ਪਾਠ ਨਾ ਬੁੱਕ ਕਰ ਦਿਓ, ਅਤੇ ਉਸ ਤੋਂ ਬਾਅਦ ਆਪਾਂ ਉੱਥੇ ਪਹੁੰਚਣ ਦੀ ਵੀ ਖੇਚਲ ਨਹੀਂ ਕਰਦੇ, ਉੱਦਣ ਪਹੁੰਚਦੇ ਜਿਸ ਦਿਨ ਭੋਗ ਪੈਂਦਾ ਆ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ, ਔਰ ਫਿਰ ਅਸੀਂ ਸੋਚਦੇ ਕਿ ਉਹ ਅਖੰਡ ਪਾਠ ਮੈਂ ਕਰਾਇਆ। ਤੁਸੀਂ ਨਹੀਂ ਕਰਾਇਆ। ਜਿਸ ਪਾਠੀ ਸਿੰਘ ਨੇ ਉਸ ਬਾਣੀ ਨੂੰ ਪੜ੍ਹਿਆ ਉਹ ਉਹਦਾ ਪਾਠ ਹੈ, ਆਪਣਾ ਪਾਠ ਹਜੇ ਉਹ ਨਹੀਂ ਹੋਇਆ, ਕਿਉਂਕਿ ਆਪਾਂ ਤਾਂ ਆਪ ਕਰਨਾ ਸੀ ਨਾ, ਆਪਾਂ ਤਾਂ ਆਪ ਬਾਣੀ ਪੜ੍ਹਨੀ ਸੀਗੀ। ਖੈਰ, ਇਸੇ ਤਰੀਕੇ ਨਾਲ ਸਿਰਫ ਬਾਣੇ ਦੇ ਧਾਰਨੀ ਹੋ ਜਾਣਾ, ਬਾਣੀ ਦੇ ਧਾਰਨੀ ਨਾ ਹੋਣਾ, ਜਾਂ ਸਿਰਫ ਬਾਣੀ ਦੇ ਧਾਰਨੀ ਹੋ ਜਾਣਾ, ਬਾਣੇ ਦੇ ਨਾ ਹੋਣਾ। ਖੈਰ, ਇਹਦੇ ਵਿੱਚ ਥੋੜ੍ਹੀ ਜਿਹੀ ਇੱਕ ਗੱਲ ਹੋਰ ਆ ਕਿ ਜੋ ਬੰਦਾ ਬਾਣੀ ਦਾ ਧਾਰਨੀ ਹੋ ਗਿਆ ਨਾ, ਉਹ ਬਾਣੇ ਦਾ ਧਾਰਨੀ ਆਪਣੇ ਆਪ ਹੋ ਜਾਊਗਾ। ਹਾਂ, ਬਾਣੇ ਦੇ ਧਾਰਨੀ ਹੋਣ ਤੋਂ ਬਾਵਜੂਦ ਵੀ ਕੁਛ ਲੋਕ ਬਾਣੀ ਤੋਂ ਮੁਨਕਰ ਹੋ ਸਕਦੇ ਆ। ਇਹਨੂੰ ਸਮਝਣ ਵਾਸਤੇ ਮੈਂ ਇੱਕ ਛੋਟਾ ਜਿਹੀ ਐਗਜ਼ਾਮਪਲ ਦਿੰਦੀ ਹਾਂ। ਜਿੱਦਾਂ ਪਲਾਸਟਿਕ ਦੇ ਫੁੱਲ ਹੁੰਦੇ ਆ ਨਾ, ਪਲਾਸਟਿਕ ਦੇ ਫੁੱਲਾਂ ਦੇ ਵਿੱਚ ਜੋ ਦਿਖਣ ਵਾਂਗੂ ਬਿਲਕੁਲ ਫੁੱਲ ਲੱਗਦੇ ਆ, ਬਾਹਰੋਂ ਬਿਲਕੁਲ ਫੁੱਲ ਲੱਗਦੇ ਆ, ਪਰ ਉਹਨਾਂ ਦੇ ਵਿੱਚੋਂ ਖੁਸ਼ਬੂ ਕਦੀ ਨਹੀਂ ਆਉਂਦੀ, ਕਿਉਂਕਿ ਉਹ ਅੰਦਰੋਂ ਪ੍ਰਫੁੱਲਿਤ ਨਹੀਂ ਹੋਈ। ਹੁਣ ਜਦੋਂ ਜਿਹੜਾ ਕੋਈ ਫੁੱਲ, ਜਿਹੜੀ ਕੋਈ ਬੱਡ ਆਪ ਖਿਲਦੀ ਆ, ਜੋ ਅੰਦਰੋਂ ਖਿਲਣਾ ਸ਼ੁਰੂ ਹੁੰਦੀ ਆ, ਆਤਮਿਕ ਲੈਵਲ ਦੇ ਉੱਤੋਂ ਖਿਲਣੀ ਸ਼ੁਰੂ ਹੁੰਦੀ ਆ, ਉਹਦੇ ਵਿੱਚ ਜਿਹੜੀ ਉਹ ਖੁਸ਼ਬੂ ਹੈ ਉਹ ਆਪਣੇ ਆਪ ਹੀ ਪ੍ਰਫੁੱਲਿਤ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਨੇ ਖਿਲਣਾ ਹੀ ਖਿਲਣਾ। ਜਦੋਂ ਖੁਸ਼ਬੂ ਆ ਗਈ ਤਾਂ ਉਹਨੇ ਖਿਲਣਾ ਹੀ ਖਿਲਣਾ ਹੈ। ਦੋਨੋਂ ਹੀ ਫੁੱਲ ਲੱਗਦੇ ਨੇ, ਇੱਕ ਸਿਰਫ ਬਣਾਇਆ ਗਿਆ ਫੁੱਲ ਆ ਬਾਹਰੋਂ ਦਿਖਾਵਟ ਦੇ ਵਿੱਚ, ਪਰ ਉਹਦੇ ਅੰਦਰ ਕਦੀ ਵੀ ਖੁਸ਼ਬੂ ਨਹੀਂ ਆ ਸਕਦੀ। ਹਾਂ, ਉਹਦੇ ਉੱਤੇ ਕੋਈ ਮੇਰੇ ਵਰਗਾ ਜਾ ਕੇ ਉੱਤੇ ਪਰਫਿਊਮ ਛਿੜਕ ਕੇ ਕਹਿ ਦੇ ਕਿ ਇਹ ਵੀ ਖੁਸ਼ਬੂ ਆ, ਉਹ ਅਲੱਗ ਗੱਲ ਆ, ਪਰ ਉਹ ਖੁਸ਼ਬੂ ਹਮੇਸ਼ਾ ਨਹੀਂ ਰਹਿ ਸਕਦੀ। ਜਿਹੜਾ ਫੁੱਲ ਹੈ ਉਹ ਅੰਦਰੋਂ ਪ੍ਰਫੁੱਲਿਤ ਹੁੰਦਾ ਆ, ਉਹਦੇ ਅੰਦਰੋਂ ਸਭ ਤੋਂ ਪਹਿਲਾਂ ਖੁਸ਼ਬੂ ਹੀ ਪੈਂਦੀ ਆ, ਉਹਦੇ ਅੰਦਰ ਸਭ ਤੋਂ ਪਹਿਲਾਂ ਖੁਸ਼ਬੂ ਪੈਂਦੀ ਆ, ਔਰ ਉਸ ਤੋਂ ਬਾਅਦ ਉਹਦਾ ਆਕਾਰ ਆਉਂਦਾ। ਸੋ ਜਦੋਂ ਤੁਸੀਂ ਬਾਣੀ ਦੇ ਧਾਰਨੀ ਹੋ ਜਾਂਦੇ ਆ ਤਾਂ ਬਾਣੇ ਦੇ ਧਾਰਨੀ ਆਪਣੇ ਆਪ ਹੋਣਾ ਹੀ ਹੋਣਾ ਆ, ਕਿਉਂਕਿ ਉਸ ਤੋਂ ਬਿਨਾਂ ਹੋਰ ਕੋਈ ਚਾਰਾ ਹੈ ਨਹੀਂ। ਇਸੇ ਤਰੀਕੇ ਨਾਲ ਆਪਾਂ ਅਗਰ ਆਪਾਂ ਆਪਣੇ ਵਿੱਚੋਂ ਜਿਹੜਾ ਇਹ ਬਨੌਟੀਪਨ ਆ, ਅਗਰ ਉਹਨੂੰ ਹੌਲੀ ਹੌਲੀ ਛਾਂਗਣਾ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ, ਜਾਂ ਇਹ ਕਹਿ ਲਓ ਕਿ ਮੇਰਾ ਇੱਕ ਵਿਅਕਤੀਗਤ ਐਕਸਪੀਰੀਅੰਸ ਆ ਕਿ ਜਿੰਨਾ ਅਸੀਂ ਸੱਚਾਈ ਨੂੰ ਅਪਣਾਉਂਦੇ ਜਾਂਦੇ ਹਾਂ, ਆਪਣੀਆਂ ਕਮਜ਼ੋਰੀਆਂ ਨੂੰ ਅਪਣਾਉਂਦੇ ਜਾਂਦੇ ਹਾਂ, ਆਪਣੀਆਂ ਗਲਤੀਆਂ ਨੂੰ ਅਪਣਾਉਂਦੇ ਜਾਂਦੇ ਹਾਂ, ਓਨਾ ਜ਼ਿਆਦਾ ਗੁਰੂ ਪਾਤਸ਼ਾਹ ਸਾਡੇ ਕੋਲ ਹੁੰਦੇ ਜਾਂਦੇ ਆ। ਖੈਰ, ਹੁਣ ਬਾਣੀ ਦੇ ਧਾਰਨੀ ਹੋਣ ਲਈ, ਕਿਉਂਕਿ ਆਪਾਂ ਇਹ ਗੱਲ ਕਰਕੇ ਆਏ ਹਾਂ ਕਿ ਜਿਹੜਾ ਬੰਦਾ ਬਾਣੇ ਦਾ ਧਾਰਨੀ ਆ, ਹੋ ਸਕਦਾ ਆ, ਸਾਰੇ ਨਹੀਂ, ਹੋ ਸਕਦਾ ਉਹਨਾਂ ਦੇ ਵਿੱਚੋਂ ਕੁਛ ਜਿਹੜੇ ਆ ਉਹ ਬਾਣੀ ਦੇ ਧਾਰਨੀ ਨਾ ਹੋਣ, ਪਰ ਜੋ ਬਾਣੀ ਦਾ ਧਾਰਨੀ ਆ ਉਹ ਬਾਣੇ ਦਾ ਧਾਰਨੀ ਆਪਣੇ ਆਪ ਹੋ ਜਾਊਗਾ। ਸੋ ਸਭ ਤੋਂ ਪਹਿਲਾ ਸਟੈਪ ਤਾਂ ਹੋ ਗਿਆ ਬਾਣੀ ਦਾ ਧਾਰਨੀ ਹੋਣਾ। ਹੁਣ ਬਾਣੀ ਦਾ ਧਾਰਨੀ ਹੋਣ ਵਾਸਤੇ ਸਾਨੂੰ ਬਕਾਇਦਾ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਿੱਤੇ ਹੋਏ ਜਿਹੜੇ ਰਸਤੇ ਆ, ਜੋ ਸਾਨੂੰ ਉਹਨਾਂ ਨੇ ਰੂਲਸ ਦਿੱਤੇ ਆ, ਉਹ ਫੋਲੋ ਕਰਨੇ ਪੈਣਗੇ, ਜਿਨ੍ਹਾਂ ਵਿੱਚੋਂ ਮੇਨ 3 ਪਿਲਰ ਜਿਹੜੇ ਆਪਾਂ ਅਕਸਰ ਇੱਕ ਦੂਜੇ ਨਾਲ ਡਿਸਕਸ ਕਰਦੇ ਹਾਂ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ, ਹੈ ਨਾ। ਇਹ 3 ਤਾਂ ਹੈਗੇ ਆ, ਪਰ ਇਹਨਾਂ ਦੇ ਵੀ ਸਾਨੂੰ ਲੇਅਰ ਬਾਏ ਲੇਅਰ ਸਮਝਣਾ ਪਊਗਾ ਕਿ ਇਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਮਨਸ਼ਾ ਕੀ ਸੀ, ਉਹ ਉਪਦੇਸ਼ ਕੀ ਸੀ, ਔਰ ਆਪਾਂ ਕਿੱਦਾਂ ਇੱਕ ਇੱਕ ਅੱਖਰ ਨੂੰ ਆਪਣੇ ਅੰਦਰ ਲੈ ਕੇ ਆ ਸਕਦੇ ਹਾਂ ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਅੰਦਰੋਂ ਖਿਲੇ। ਹੁਣ ਜਦੋਂ ਇੱਕ ਵਾਰੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦਿੱਤੇ ਹੋਏ ਰੂਲਸ ਨੂੰ ਫੋਲੋ ਕਰਦੇ ਹੋਏ ਅਸੀਂ ਬਾਣੀ ਦੇ ਧਾਰਨੀ ਹੋ ਗਏ, ਅਸੀਂ ਉਸ ਅਧਿਆਤਮ ਦੇ ਵੱਲ ਚੱਲ ਗਏ ਅਧਿਆਤਮਿਕ ਤੌਰ ਦੇ ਉੱਤੇ, ਤਾਂ ਅਸੀਂ ਉਸ ਇੱਕ ਨਿਰੰਕਾਰ, ਉਸ ਏਕੇ ਦੇ ਵਿੱਚ ਸਮਾਹਿਤ ਹੋਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਾਂਗੇ। ਫਿਰ ਸਾਨੂੰ ਸਮਝ ਲੱਗੂਗਾ ਕਿ ਗੁਰੂ ਪਾਤਸ਼ਾਹ ਕਿਸ ਪ੍ਰੀਤਮ ਨੂੰ ਮਿਲਣ ਦੀ ਗੱਲ ਕਰਦੇ ਆ, ਕਿਉਂ ਕਹਿੰਦੇ ਆ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖੜੀ ਨਹੀਂ ਮਾਣੀ, ਕਿਉਂ ਕਹਿੰਦੇ ਆ। ਫਿਰ ਉਸ ਪ੍ਰੀਤਮ ਦੀ ਗੱਲ ਸਮਝ ਆਊਗੀ। ਉਸ ਤੋਂ ਬਿਨਾਂ
ਉਸ ਪ੍ਰੀਤਮ ਨੂੰ ਸਮਝ ਲੈਣਾ ਮੁਸ਼ਕਲ ਆ। ਸਾਨੂੰ ਕਦੀ ਉਹ ਕਨਸੀਵ ਹੀ ਨਹੀਂ ਆਪਾਂ ਕਰ ਸਕਦੇ ਕਿ ਉਹ ਪ੍ਰੀਤਮ ਕੌਣ ਆ। ਹੁਣ ਹਰ ਬੰਦਾ ਜਿਹੜਾ ਇਹਦੇ ਵਿੱਚ ਇੱਕ ਗੱਲ ਇਹ ਵੀ ਐਡ ਕਰ ਲਈਏ ਕਿ ਹਰ ਧਰਮੀ ਬੰਦਾ ਅਧਿਆਤਮਿਕ ਹੋਵੇ ਇਹ ਜ਼ਰੂਰੀ ਨਹੀਂ। ਬਹੁਤ ਸਾਰੇ ਐਸੇ ਲੋਕ ਆ ਜਿਹੜੇ ਰੂਲਸ ਨੂੰ ਫੋਲੋ ਕਰ ਲੈਂਦੇ ਆ ਜਾਂ ਉਹਨਾਂ ਨੇ ਆਪਣੇ ਅੰਦਰ ਵਸਾ ਲੈਂਦੇ ਆ, ਪਰ ਉਹ ਉਸ ਅਧਿਆਤਮ ਦੇ ਰਸਤੇ ਵੱਲ ਨਹੀਂ ਜਾਣਾ ਚਾਹੁੰਦੇ। ਪਰ ਹਰ ਇੱਕ ਅਧਿਆਤਮਿਕ ਬੰਦਾ ਧਾਰਮਿਕ ਹੋਊਗਾ ਹੀ ਹੋਊਗਾ। ਉਹੀ ਗੱਲ ਫਿਰ ਜਿਹੜੀ ਆਪਾਂ ਪਹਿਲਾਂ ਕਰਕੇ ਆਏ ਹਾਂ ਫੁੱਲ ਦੇ ਖਿਲਣ ਵਾਲੀ, ਉਹੀ ਆ ਕਿ ਜਦੋਂ ਅਧਿਆਤਮ ਅੰਦਰ ਵਸ ਗਿਆ ਨਾ ਤਾਂ ਇਹਦਾ ਮਤਲਬ ਆ ਕਿ ਖੁਸ਼ਬੂ ਅੰਦਰੋਂ ਆਉਣੀ ਸ਼ੁਰੂ ਹੋ ਗਈ। ਜਦੋਂ ਖੁਸ਼ਬੂ ਅੰਦਰੋਂ ਆਈ ਤਾਂ ਉਹਨੇ ਖਿਲਣਾ ਹੀ ਖਿਲਣਾ ਹੈ, ਔਰ ਉਹ ਫਿਰ ਬੰਦਾ ਜਿਹੜਾ ਧਰਮ ਦੇ ਰੂਲਸ ਤੋਂ ਇੱਧਰ ਉੱਧਰ ਨਹੀਂ ਹੋ ਸਕਦਾ। ਹੁਣ ਜਿਹੜੇ ਰੂਲਸ ਆ ਬਹੁਤ ਸਾਰੇ, ਮੈਨੂੰ ਇਹ ਵੀ ਸਮਝ ਆ ਕਿ ਜਦੋਂ ਮੈਂ ਧਾਰਮਿਕ ਰੂਲਸ ਦੀ ਗੱਲ ਕਰਦੀ ਪਈ ਹਾਂ ਨਾ ਤਾਂ ਸ਼ਾਇਦ ਬਹੁਤ ਸਾਰੇ ਜਿਹੜੇ ਸਰੋਤੇ ਆ ਜਿਹੜੇ ਗੁਰਬਾਣੀ ਦੇ ਕ੍ਰਿਟਿਕਸ ਜਿਹੜੇ ਨੇ ਜਾਂ ਸਿੱਖ ਹਿਸਟਰੀ ਦੇ ਕ੍ਰਿਟਿਕਸ ਜਾਂ ਸਿੱਖੀ ਦੇ ਕ੍ਰਿਟਿਕਸ ਜਿਹੜੇ ਨੇ ਉਹ ਇਹ ਕਹਿਣਗੇ ਕਿ ਧਰਮ ਦੇ ਰੂਲਸ ਆ ਗੁਰੂ ਨਾਨਕ ਪਾਤਸ਼ਾਹ ਨੇ ਦਿੱਤੇ ਹੀ ਨਹੀਂ। ਆਪਾਂ ਪਹਿਲਾਂ ਰੂਲ ਸਮਝ ਲਈਏ, ਉਸ ਤੋਂ ਬਾਅਦ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰੀਏ ਕਿ ਇਹ ਰੂਲ ਸਹੀ ਸੀਗੇ ਜਾਂ ਗਲਤ ਸੀਗੇ ਜਾਂ ਦਿੱਤੇ ਹੋਣਗੇ ਜਾਂ ਨਹੀਂ ਦਿੱਤੇ ਹੋਣਗੇ। ਉਸ ਤੋਂ ਬਾਅਦ ਆਪਾਂ ਗੱਲ ਇਹਦੇ ਬਾਰੇ ਕਰਾਂਗੇ। ਸੋ ਹੁਣ ਅਸੀਂ ਜਾਣਾਂਗੇ ਕਿ ਸਿੱਖ ਨੂੰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਰਤਾਰੇ ਲਈ ਨਿਯਮਬੰਦ ਗੁਰੂ ਨਾਨਕ ਪਾਤਸ਼ਾਹ ਨੇ ਕਿੱਦਾਂ ਕੀਤਾ, ਕਿਸ ਤਰ੍ਹਾਂ ਦੇ ਨਿਯਮ ਉਹਨਾਂ ਨੇ ਸਾਡੇ ਹਿੱਸੇ ਪਾਏ ਨੇ। ਆਪਾਂ ਸਮਾਜਿਕ ਤੋਂ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਸਮਾਜ ਨੂੰ ਵਿੱਚ ਕਿਵੇਂ ਵਰਤਣਾ ਚਾਹੀਦਾ, ਇੱਕ ਸਿੱਖ ਨੂੰ ਸਮਾਜ ਵਿੱਚ ਕਿਵੇਂ ਵਰਤਣਾ ਚਾਹੀਦਾ ਹੈ, ਉਹ ਨਿਰਧਾਰਿਤ ਕੀਤਾ। ਹੁਣ ਉਹ ਕਿੱਦਾਂ ਨਿਰਧਾਰਿਤ ਕੀਤਾ? ਸਭ ਤੋਂ ਪਹਿਲਾ ਵਰਤਾਰਾ ਜੋ ਜੀਵਨ ਸਾਖੀਆਂ ਦੇ ਵਿੱਚ ਆਉਂਦਾ, ਜਨਮ ਸਾਖੀਆਂ ਵਿੱਚ ਆਉਂਦਾ, ਉਹ ਆਉਂਦਾ ਪਾਂਦੇ ਪਾਸ ਪੜ੍ਹਨੇ ਜਾਣਾ। ਜਦੋਂ ਗੁਰੂ ਨਾਨਕ ਪਾਤਸ਼ਾਹ ਪਾਂਦੇ ਪਾਸ ਪੜ੍ਹਨ ਜਾਂਦੇ ਨੇ ਤਾਂ ਜਿਹੜਾ ਪਾਂਡਾ ਹੈ ਉਹ ਪਹਿਲਾ ਅੱਖਰ ਲਿਖਦਾ। ਪਹਿਲਾ ਅੱਖਰ ਲਿਖਣ ਤੋਂ ਬਾਅਦ ਉਹ ਕਹਿੰਦਾ ਜੀ ਤੁਸੀਂ ਵੀ ਲਿਖੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹਦਾ ਮਤਲਬ ਕੀ? ਉਹ ਕਹਿੰਦੇ ਕਿ ਪਹਿਲਾਂ ਤੁਸੀਂ ਅੱਖਰ ਸਿੱਖ ਲਓ, ਉਸ ਤੋਂ ਬਾਅਦ ਮੈਂ ਤੁਹਾਨੂੰ ਅੱਖਰ ਜੋੜ ਸਮਝਾਊਂਗਾ। ਜਦੋਂ ਅੱਖਰ ਜੋੜ ਸਿੱਖ ਲਓਗੇ ਤਾਂ ਉਸ ਤੋਂ ਬਾਅਦ ਉਹਨਾਂ ਅੱਖਰਾਂ ਦੇ ਜਿਹੜੇ ਹੈਗੇ ਆ ਉਹ ਮਤਲਬ ਹੋਣਗੇ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਸ ਦਾ ਮਤਲਬ ਕੀ? ਉਹ ਕਹਿੰਦੇ ਕਿ ਇਕੱਲੇ ਅੱਖਰ ਦਾ ਮਤਲਬ ਨਹੀਂ ਹੁੰਦਾ। ਅਤੇ ਪਾਤਸ਼ਾਹ ਅੱਗੋਂ ਇਹ ਜਵਾਬ ਦਿੰਦੇ ਨੇ ਕਿ ਫਿਰ ਮੈਂ ਐਸੇ ਅੱਖਰ ਨਹੀਂ ਪੜ੍ਹਨੇ ਜਿਨ੍ਹਾਂ ਦਾ ਕੋਈ ਮਤਲਬ ਨਾ ਹੋਵੇ। ਇਹ ਜਨਮ ਸਾਖੀਆਂ ਦੇ ਵਿੱਚ ਆਉਂਦਾ। ਹੁਣ ਇਹਦੇ ਵਿੱਚੋਂ ਸਾਨੂੰ ਲੈਣ ਦੀ ਕੀ ਲੋੜ ਹੈ? ਅਸੀਂ ਇਹਦੇ ਵਿੱਚੋਂ ਕੀ ਲੈਣਾ? ਅਸੀਂ ਇਹ ਲੈਣਾ ਹੈ ਕਿ ਗੁਰੂ ਪਾਤਸ਼ਾਹ ਦਾ ਇਹ ਪੂਰਾ ਵਰਤਾਰਾ ਕਰਨ ਪਿੱਛੇ ਕਾਰਨ ਕੀ ਆ? ਤਾਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਇੱਕ ਰਸਤਾ, ਇੱਕ ਨਿਯਮ ਦੇ ਦਿੰਦੇ ਨੇ ਕਿ ਕੋਈ ਵੀ ਸਿੱਖ ਬਿਨਾਂ ਰੈਸ਼ਨਲ ਦੇ ਹੋ ਨਹੀਂ ਸਕਦਾ। ਰੈਸ਼ਨੈਲਿਟੀ ਸਿੱਖ ਦਾ ਮੇਨ ਟ੍ਰੇਟ ਆ। ਤੁਸੀਂ ਕਦੀ ਵੀ ਇੱਕ ਸਿੱਖ ਲਈ ਅੱਖਾਂ ਬੰਦ ਕਰਕੇ ਕੁਛ ਵੀ ਬਿਲੀਵ ਕਰ ਲੈਣਾ, ਉਹ ਪੋਸੀਬਿਲਿਟੀ ਨਹੀਂ ਹੈਗੀ। ਸੋ ਸਿੱਖ ਦਾ ਰੈਸ਼ਨਲ ਹੋਣਾ ਧਰਮ ਹੈ। ਹੁਣ ਇਹ ਗੱਲ ਇੰਪੋਰਟੈਂਟ ਆ। ਸਿੱਖਾਂ ਨੂੰ ਭੇਡਾਂ ਵਾਂਗ ਰੰਗ ਕੇ ਕਿਸੇ ਵੀ ਥਾਂ 'ਤੇ ਲੈ ਕੇ ਨਹੀਂ ਜਾਇਆ ਜਾ ਸਕਦਾ। ਕਿਉਂਕਿ ਸਿੱਖ, ਜੇ ਉਹ ਗੁਰੂ ਨਾਨਕ ਦਾ ਸਿੱਖ ਹੈ ਤੇ ਫਿਰ ਉਹ ਗੱਲ ਕਰੂਗਾ, ਉਹ ਸਵਾਲ ਕਰੂਗਾ ਔਰ ਉਹਨਾਂ ਸਵਾਲਾਂ ਦੇ ਜਵਾਬ ਮੰਗੂਗਾ ਵਿਵੇਕ ਬੁੱਧੀ ਦੇ ਵਿੱਚੋਂ। ਵਿਵੇਕੀ ਹੋਣਾ ਸਿੱਖ ਦਾ ਧਰਮ ਹੈ। ਪਰ ਆਪਾਂ ਕੀ ਕੀਤਾ ਕਿ ਆਪਾਂ ਇਸ ਚੀਜ਼ ਨੂੰ ਕਿਤੇ ਦੂਰ ਛੱਡ ਆਏ। ਸਾਨੂੰ ਅੱਜ ਕੋਈ ਆ ਕੇ ਕਹਿੰਦਾ ਹੈ ਕਿ ਚਲੋ ਜੀ ਫਲਾਣੀ ਜਗ੍ਹਾ ਤੁਹਾਡੀ ਪੱਥਰੀ ਹੱਥ ਲੱਗ ਗਿਆ ਨਿਕਲ ਜੂਗੀ, ਆਪਾਂ ਕਹਿੰਦੇ ਚਲੋ ਫਟਾਫਟ ਚੱਲੀਏ ਕਿ ਉੱਥੇ ਜਾ ਕੇ ਕਿਸੇ ਨੇ ਕੁਛ ਅਰਦਾਸ ਕਰਨੀ ਆ ਅਤੇ ਸਾਡੀ ਪੱਥਰੀ ਨਿਕਲ ਜਾਣੀ ਆ, ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਣਾ, ਪਤਾ ਨਹੀਂ ਕੀ ਹੋ ਜਾਣਾ। ਔਰ ਉਹਦੇ ਵਿੱਚੋਂ ਉਹ ਕਿਉਂ ਹੋਇਆ? ਅਸੀਂ ਕਿਉਂ ਮੰਨਣਾ ਸ਼ੁਰੂ ਕਰ ਗਏ? ਕਿਉਂਕਿ ਸਾਡੇ ਵਿੱਚੋਂ ਵਿਵੇਕ ਬੁੱਧੀ ਜਿਹੜੀ ਆ ਅਸੀਂ ਉਹਨੂੰ ਮਾਈਨਸ ਕਰਤੀ। ਅਸੀਂ ਗੁਰੂ ਨਾਨਕ ਦੀ ਪਹਿਲੀ ਸਿੱਖਿਆ ਦੇ ਉੱਤੇ ਹੀ ਮੁਨਕਰ ਹੋ ਗਏ। ਕਿਉਂਕਿ ਸਿੱਖ ਨੇ ਵਿਵੇਕ ਬੁੱਧੀ ਦੇ ਵਿੱਚ ਰਹਿ ਕੇ ਰੈਸ਼ਨਲ ਹੋ ਕੇ ਬਾਕਾਇਦਾ ਸਵਾਲ ਕਰਨਾ ਸੀ ਹਰ ਇੱਕ ਚੀਜ਼ ਨੂੰ। ਜਦੋਂ ਵੀ ਕਦੀ ਤੁਸੀਂ ਕਿਸੇ ਇਸ ਗੱਲ ਨੂੰ ਆਪਾਂ ਮੰਨਣਾ ਸ਼ੁਰੂ ਕਰ ਦਈਏ ਕਿ ਆਹ ਗੱਲ ਸਹੀ ਹੋਣੀ ਆ ਕਿਉਂਕਿ ਫਲਾਣੇ ਸੰਤ ਜੀ ਨੇ ਕਿਹਾ ਸੀ, ਜਾਂ ਇਹ ਗੱਲ ਸਹੀ ਹੋਣੀ ਆ ਕਿਉਂਕਿ ਫਲਾਣੇ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ, ਤਾਂ ਆਪਾਂ ਇਹ ਸਮਝ ਲਈਏ ਕਿ ਅਸੀਂ ਸਿੱਖੀ ਤੋਂ ਕੋਹਾਂ ਦੂਰ ਹਾਂ। ਕਿਉਂਕਿ ਸਿੱਖ ਦਾ ਪਹਿਲਾ ਧਰਮ ਹੀ ਵਿਵੇਕਤਾ ਦੇ ਵਿੱਚੋਂ ਉੱਠ ਕੇ ਸਵਾਲ ਕਰਨਾ, ਰੈਸ਼ਨੈਲਿਟੀ ਦੇ ਨਾਲ ਸੋਚਣਾ ਹੈ। ਹੁਣ ਅਗਲਾ ਗੱਲ ਇਹ ਵੀ ਹੈ ਕਿ ਸਿਰਫ ਉਹਨੇ ਸਵਾਲ ਇਸ ਲਈ ਨਹੀਂ ਕਰਨਾ ਕਿ ਮੈਂ ਸਵਾਲ ਕਰਨਾ, ਉਹ ਖੋਜੀ ਹੋਣਾ ਚਾਹੀਦਾ ਹੈ। ਸਿੱਖ ਖੋਜੀ ਹੁੰਦਾ ਆ ਕਿਉਂਕਿ ਸਿੱਖ ਨੇ ਸਵਾਲ ਕਰਨਾ ਜਵਾਬ ਲੱਭਣ ਲਈ। ਜੇ ਗੁਰੂ ਨਾਨਕ ਪਾਤਸ਼ਾਹ ਪਾਂਦੇ ਨੂੰ ਇਹ ਸਵਾਲ ਕਰਦੇ ਨੇ ਕਿ ਇਹਨਾਂ ਅੱਖਰਾਂ ਦੇ ਮਤਲਬ ਕੀ, ਅਤੇ ਜਦੋਂ ਉਹ ਨਹੀਂ ਦੇ ਪਾਉਂਦਾ ਤਾਂ ਫਿਰ ਸਾਡੇ ਝੋਲੀ ਗੁਰੂ ਨਾਨਕ ਪਾਤਸ਼ਾਹ ਪੱਟੀ ਲਿਖੀ ਬਾਣੀ ਵੀ ਪਾਉਂਦੇ ਨੇ। ਕਿਉਂਕਿ ਪੱਟੀ ਲਿਖੀ ਦੇ ਵਿੱਚ ਉਹ ਫਿਰ ਇਕੱਲੇ ਅੱਖਰ ਦਾ ਮਤਲਬ ਵੀ ਦੱਸਦੇ ਨੇ ਕਿ ਇਹਦਾ ਮਤਲਬ ਇਹ, ਇਹਦਾ ਮਤਲਬ ਇਹ, ਉਹ ਜਵਾਬ ਵੀ ਦਿੰਦੇ ਨੇ। ਸੋ ਸਿੱਖ ਦਾ ਜਿਹੜਾ ਜਵਾਬ, ਸਵਾਲ ਤਾਂ ਉਹ ਕਰੂਗਾ, ਪਰ ਸਵਾਲ ਸਿਰਫ ਇਸ ਲਈ ਨਹੀਂ ਕਿ ਸਵਾਲ ਅਤੇ ਸਵਾਲ ਕਰ ਦਈਏ ਜਾਂ ਅਗਲੇ ਨੂੰ ਨੀਚਾ ਦਿਖਾਉਣ ਲਈ ਸਵਾਲ ਕਰ ਦਈਏ, ਨਹੀਂ।
ਉਹਦਾ ਇੱਕ ਸਿੱਖ ਦਾ ਸਵਾਲ ਹਮੇਸ਼ਾ ਖੋਜੀ ਹੋਣ ਦੇ ਲਈ ਆ, ਔਰ ਉਹ ਹਮੇਸ਼ਾ ਖੋਜ ਕਰਦਾ ਇੱਕ ਰਿਸਰਚਰ ਵਾਂਗੂ ਉਹਦੇ ਜਵਾਬ ਲੱਭਣ ਦੇ ਲਈ ਆ, ਔਰ ਉਹ ਬਾਕਾਇਦਾ ਜਵਾਬ ਲੱਭਦਾ। ਅਗਰ ਉਹਨੂੰ ਜਵਾਬ ਨਹੀਂ ਮਿਲ ਰਹੇ ਤਾਂ ਉਹ ਜਵਾਬ ਲੱਭਦਾ ਆ। ਇਹ ਸਿੱਖ ਦੀ ਇੱਕ ਟਰੇਟ ਸੀ, ਇੱਕ ਮੇਨ ਟਰੇਟ ਹੋਣਾ ਸੀ ਜੋ ਆਪਾਂ ਕਿਤੇ ਦੂਰ ਛੱਡ ਆਏ। ਹੁਣ ਹਾਂ, ਇਹ ਹੋ ਸਕਦਾ ਹੈ ਕਿ ਕੋਈ ਵੀ ਜਿਹੜਾ ਫਿਲੋਸਫਰ ਜਾਂ ਟੀਚਰ ਜਾਂ ਕੋਈ ਕਿਤਾਬਾਂ ਸਾਨੂੰ ਇੱਕ ਆਈਡੀਆ ਦੇ ਦੇਣ, ਔਰ ਉਹ ਆਈਡੀਆ ਆਪਾਂ ਲੈ ਲਿਆ, ਪਰ ਉਸ ਆਈਡੀਆ ਨੂੰ, ਉਸ ਵਿਵੇਕਤਾ ਦੇ ਉੱਤੇ, ਉਸ ਰੈਸ਼ਨੈਲਿਟੀ ਦੇ ਉੱਤੇ ਅਸੀਂ ਪਰਖਣਾ ਜ਼ਰੂਰੀ ਸੀਗਾ। ਔਰ ਉਹ ਜਦੋਂ ਆਪਾਂ ਪਰਖਣਾ ਸੀ, ਉਸ ਪਰਖਣ ਤੋਂ ਬਾਅਦ, ਔਰ ਪਰਖਣ ਵਾਸਤੇ ਸਾਡਾ ਫੁਰਕਾਨ, ਸਾਡਾ ਪੈਰਾਮੀਟਰ ਕੌਣ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਿਉਂਕਿ ਸਿੱਖ ਨੇ ਸਿੱਖਣਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਹੈ। ਬਾਕੀ ਹਰ ਇੱਕ ਤਰ੍ਹਾਂ ਦੇ ਆਈਡੀਆਜ਼ ਜਦੋਂ ਸਾਡੇ ਕੋਲ ਆਉਂਦੇ ਆ ਤਾਂ ਫਿਰ ਅਸੀਂ ਉਹਨਾਂ ਨੂੰ ਉਸ ਪੈਰਾਮੀਟਰ ਦੇ ਉੱਤੇ ਰੱਖ ਕੇ, ਉਹ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕਰਕੇ ਅਸੀਂ ਉਹਨਾਂ ਨੂੰ ਦੇਖ ਸਕਦੇ ਹਾਂ ਵੀ ਇਹ ਸਾਡੇ ਵਾਸਤੇ ਇੱਕ ਸਿੱਖ ਹੋਣ ਦੇ ਨਾਤੇ ਉਹ ਕਿੰਨਾ ਕੁ ਸਹੀ ਆ। ਸੋ ਇੱਕ ਗੱਲ ਤਾਂ ਇਹ ਜਿਹੜੀ ਪਹਿਲੀ ਚੀਜ਼ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ, ਉਹ ਸੀ ਸਾਡਾ ਇੱਕ ਰੂਲ ਜੋ ਉਹਨਾਂ ਨੇ ਦੱਸਿਆ ਸਮਾਜ ਦੇ ਵਿੱਚ ਵਿਚਰਨ ਦਾ, ਉਹ ਸੀਗਾ ਵਿਵੇਕੀ ਹੋਣਾ, ਰੈਸ਼ਨਲ ਹੋਣਾ, ਲੌਜੀਕਲ ਹੋਣਾ, ਔਰ ਰਿਸਰਚਿੰਗ ਐਟੀਟਿਊਡ ਵਾਲਾ ਹੋਣਾ। ਇਹ ਕੁਛ ਚੀਜ਼ਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ, ਆਪਾਂ ਆਪਣੀ ਡਾਇਰੀ ਵਿੱਚ ਇੱਕ ਨੋਟ ਬਣਾਉਂਦੇ ਚੱਲਿਆ ਕਰੀਏ ਕਿ ਇਹ ਰੂਲ ਸਾਡੇ ਹੈਗੇ ਆ, ਕਿ ਆਪਾਂ ਇਹ ਰੂਲ ਫੋਲੋ ਕਰਦੇ ਹਾਂ। ਕਿ ਜਦੋਂ ਸਾਨੂੰ ਕੋਈ ਇਹ ਕਹਿੰਦਾ ਹੈ ਕਿ ਫਲਾਣੇ ਬਾਬਾ ਜੀ ਕੋਲੇ ਜਾਈਏ ਤਾਂ ਉੱਥੇ ਆਹ ਚੀਜ਼ਾਂ ਹੋ ਜਾਂਦੀਆਂ, ਕਿ ਆਪਾਂ ਸਵਾਲ ਕਰਦੇ ਹਾਂ ਕਿੱਦਾਂ? ਕਿ ਆਪਾਂ ਇਹ ਸਵਾਲ ਕਰਦੇ ਹਾਂ ਕਿ ਅਗਰ ਬਾਬਾ ਜੀ ਇੰਨਾ ਕੁਛ ਕਰ ਸਕਦੇ ਆ, ਫਿਰ ਪਰਮਾਤਮਾ ਕੀ ਕਰ ਸਕਦਾ? ਕਿ ਆਪਾਂ ਇਹੋ ਜਿਹੇ ਸਵਾਲ ਕਰਦੇ ਹਾਂ। ਜੇ ਨਹੀਂ ਕਰਦੇ ਤਾਂ ਆਪਾਂ ਸਿੱਖੀ ਦੇ ਰਸਤੇ ਦੇ ਉੱਤੇ ਨਹੀਂ, ਆਪਾਂ ਗੁਰੂ ਨਾਨਕ ਦੇ ਪਹਿਲੇ ਰੂਲ ਦੇ ਉੱਤੋਂ ਹੀ ਮੁਨਕਰ ਹੋ ਗਏ ਹਾਂ। ਅਗਲੀ ਗੱਲ, ਹੁਣ ਇਸੇ ਵਿਵੇਕਤਾ ਦੀ ਅਗਲੀ ਮਿਸਾਲ ਜਿਹੜੀ ਗੁਰੂ ਨਾਨਕ ਪਾਤਸ਼ਾਹ ਦਿੰਦੇ ਨੇ, ਉਹ ਉਪਨਇਨ ਦੀ ਜਦੋਂ ਰਸਮ ਹੁੰਦੀ ਆ ਉਸ ਸਮੇਂ ਮਿਲਦੀ ਆ। ਉਸ ਵਿੱਚ ਇਹ ਉਪਨਇਨ ਦੀ ਜਿਹੜੀ ਜਨੇਊ ਧਾਰਨ ਕਰਨ ਦੀ ਰਸਮ ਹੁੰਦੀ ਆ, ਇਹ ਸਭ ਨੂੰ ਪਤਾ, ਔਰ ਆਪਾਂ ਬਹੁਤ ਵਾਰੀ ਪਹਿਲਾਂ ਵੀ ਡਿਸਕਸ ਕਰ ਚੁੱਕੇ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਫਾਦਰ ਨੂੰ, ਆਪਣੇ ਪਿਤਾ ਸਾਹਿਬ ਨੂੰ ਪਹਿਲਾਂ ਹੀ ਕਹਿ ਸਕਦੇ ਸੀਗੇ ਕਿ ਦੇਖੋ ਮੈਂ ਜਨੇਊ ਨਹੀਂ ਪਾਉਣਾ, ਤਾਂ ਉਦੋਂ ਹੀ ਉਹ ਮਨਾ ਕਰ ਸਕਦੇ ਸੀ, ਪਰ ਉਹ ਉਦੋਂ ਨਹੀਂ ਕਰਦੇ। ਉਹ ਬਾਕਾਇਦਾ ਸਾਰੀ ਸੰਗਤ ਨੂੰ ਇਕੱਠਾ ਹੋਣ ਦਿੰਦੇ ਨੇ। ਜਦੋਂ ਸਭ ਲੋਕ ਇਕੱਠੇ ਹੋ ਗਏ, ਉਦੋਂ ਪੰਡਿਤ ਸਾਹਿਬ ਜਦੋਂ ਆ ਕੇ ਉਹਨਾਂ ਨੂੰ ਜਨੇਊ ਪਾਉਣ ਦੀ, ਉਪਨਇਨ ਦੀ ਜਿਹੜੀ ਰਸਮ ਆ ਉਹ ਅਦਾ ਕਰਨ ਲੱਗਦੇ ਨੇ, ਤਾਂ ਗੁਰੂ ਨਾਨਕ ਪਾਤਸ਼ਾਹ ਸਵਾਲ ਕਰਦੇ ਨੇ ਕਿ ਇਹ ਕਿਉਂ? ਅਤੇ ਉਹ ਕਹਿੰਦੇ ਜੀ ਤੁਸੀਂ ਧਰਮ 'ਚ ਆ ਜਾਓਗੇ। ਅਤੇ ਉਹ ਕਹਿੰਦੇ ਕਿ ਫਿਰ ਮੇਰੀ ਭੈਣ ਦੇ ਪਾਓ। ਉਹ ਕਹਿੰਦੇ ਉਹਨੂੰ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਔਰਤ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਐਸੇ ਧਰਮ 'ਚ ਨਹੀਂ ਆਉਣਾ ਜਿਹਦੇ 'ਚ ਮੇਰੀ ਭੈਣ ਨਹੀਂ ਆ ਸਕਦੀ। ਇਹ ਕਹਾਣੀ ਜਨਮ ਸਾਖੀਆਂ ਦੇ ਜ਼ਰੀਏ ਆਪਾਂ ਬਹੁਤ ਵਾਰੀ ਸੁਣੀ ਆ, ਪਰ ਹੁਣ ਇਹਦੇ ਵਿੱਚੋਂ ਸਾਡੇ ਲਈ ਰੂਲ ਕੀ ਆ? ਪਹਿਲਾ ਰੂਲ ਜੈਂਡਰ ਇਕੁਐਲਿਟੀ ਦਾ। ਜੇ ਪਹਿਲੀ ਆਵਾਜ਼ ਜਦੋਂ ਵੈਸਟਰਨ ਸੁਸਾਇਟੀ ਫੈਮਿਨਿਸਟ ਆਈਡੀਓਲੋਜੀ ਦੀ ਗੱਲ ਕਰਦੀ ਹੈ ਨਾ, ਤਾਂ ਸਿੱਖ ਖੜ੍ਹੇ ਹੋ ਕੇ ਕਿਆ ਕਰਨ ਕਿ ਪਹਿਲੀ ਆਵਾਜ਼ ਜੇਕਰ ਕਦੀ ਫੈਮਿਨਿਜ਼ਮ ਦੇ ਹੱਕ ਦੇ ਵਿੱਚ ਫੈਮਿਨਿਸਟ ਆਵਾਜ਼ ਜੇ ਉੱਠੀ ਹੈ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਨੇ ਚੁੱਕੀ ਹੈ। ਸਭ ਤੋਂ ਪਹਿਲਾਂ ਅਗਰ ਕਿਸੇ ਨੇ ਔਰਤਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਦੀ ਗੱਲ ਕੀਤੀ ਹੈ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਆ। ਤਾਂ ਇਸ ਵਰਤਾਰੇ ਦੇ ਵਿੱਚੋਂ ਸਾਡੇ ਸਿੱਖਾਂ ਦੇ ਲਈ ਜਿਹੜਾ ਦੂਸਰਾ ਰੂਲ ਦਿੰਦੇ ਨੇ, ਉਹ ਇਹ ਬਿਲਕੁਲ ਵਿਵੇਕਤਾ ਤਾਂ ਹੈ ਹੀ, ਰੈਸ਼ਨਲ ਤਾਂ ਹੈ ਹੀ, ਤਾਂ ਹੀ ਤਾਂ ਉਹ ਸਵਾਲ ਜਵਾਬ ਕਰ ਰਹੇ ਆ ਨਾ, ਨਹੀਂ ਤਾਂ ਸਿੱਧਾ ਕਹਿੰਦੇ ਕਿ ਨਹੀਂ। ਪਰ ਉਹ ਰੈਸ਼ਨੈਲਿਟੀ ਦੇ ਵਿੱਚੋਂ ਹੁਣ ਅਗਲਾ ਰੂਲ ਕੀ ਆ ਕਿ ਸਿੱਖ ਕਦੀ ਵੀ ਜੈਂਡਰ ਬੇਸਿਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦਾ। ਜੇ ਤੁਸੀਂ ਸਿੱਖ ਹਾਂ ਔਰ ਤੁਹਾਨੂੰ ਲੱਗਦਾ ਹੈ ਕਿ ਮੇਰੇ ਘਰ ਧੀ ਜਿਹੜੀ ਹੋ ਗਈ ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ, ਪੁੱਤ ਹੋਣਾ ਚਾਹੀਦਾ ਸੀ, ਤਾਂ ਤੁਸੀਂ ਸਿੱਖ ਨਹੀਂ ਹਾਂ। ਇਹ ਆਪਾਂ ਸਮਝ ਲਈਏ, ਫਿਰ ਆਪਾਂ ਸਿੱਖ ਨਹੀਂ ਹਾਂ, ਫਿਰ ਅਸੀਂ ਸਿਰਫ ਉਹ ਢੋਂਗੀ ਲੋਕ ਹਾਂ ਜਿਨ੍ਹਾਂ ਨੇ ਕਰਮ ਕਾਂਡਾਂ ਦੇ ਆਸ-ਪਾਸ ਹੀ ਆਪਣਾ ਜੀਵਨ ਰੱਖਿਆ ਹੋਇਆ। ਫਿਰ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹਾਂ, ਕਿਉਂਕਿ ਗੁਰੂ ਨਾਨਕ ਦਾ ਜਿਹੜਾ ਰੂਲ ਆ ਉਹ ਬਾਕਾਇਦਾ ਜਿਹੜੀ ਜੈਂਡਰ ਇਕੁਐਲਿਟੀ ਦਾ ਹੈ। ਖੈਰ ਇਸੇ ਉਪਨਇਨ ਦੀ ਵਿਧੀ ਦੇ ਵਿੱਚੋਂ ਹੀ ਹੋਰ ਜਿਹੜੀਆਂ ਇਸੇ ਇੱਕ ਐਪੀਸੋਡ ਦੇ ਵਿੱਚੋਂ ਜੋ ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਦੇ ਵਿੱਚ ਹੋਇਆ, ਉਹਦੇ ਵਿੱਚੋਂ ਹੋਰ ਵੀ ਅੱਗੇ ਕੁਛ ਰੂਲਸ ਹੈਗੇ ਆ, ਪਰ ਆਪਾਂ ਇਹਦੀ ਲਿਸਟ ਬਣਾਉਂਦੇ ਜਾਈਏ। ਜਿਹੜੇ ਮੈਂ ਪਹਿਲਾਂ ਰੂਲਸ ਡਿਸਕਸ ਕੀਤੇ, ਜਿਹੜੇ ਆਪਾਂ ਹੁਣ ਕਰ ਰਹੇ ਹਾਂ ਜੈਂਡਰ ਇਕੁਐਲਿਟੀ ਦੇ ਉੱਤੇ, ਅੱਜ ਮੈਂ ਆਪਣੀ ਜਿਹੜੀ ਗੱਲ ਆ ਉਹ ਸਮਾਪਤ ਕਰਦੀ ਹਾਂ ਕਿਉਂਕਿ ਸਮਾਂ ਮੇਰੇ ਕੋਲ ਹੋ ਗਿਆ। ਅਗਲੇ ਐਪੀਸੋਡ ਦੇ ਵਿੱਚ ਆਪਾਂ ਇਸੇ ਉਪਨਇਨ ਦੀ ਵਿਧੀ ਦੇ ਵਿੱਚੋਂ ਜਿਹੜੇ ਬਾਕੀ ਰੂਲ ਸਾਡੇ ਕੋਲ ਨਿਕਲੇ ਆ, ਆਪਾਂ ਉਹਦੇ ਬਾਰੇ ਡਿਸਕਸ ਕਰਾਂਗੇ। ਤੁਸੀਂ ਆਪਣੇ ਈਮੇਲਸ ਦੇ ਜ਼ਰੀਏ ਸਾਨੂੰ ਜ਼ਰੂਰ ਦੱਸਦੇ ਰਿਹਾ ਕਰੋ ਕਿ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਾ, ਇਹਦੇ ਵਿੱਚ ਕੀ ਕਮੀਆਂ ਸੀ, ਮੈਨੂੰ ਕਿੱਥੇ ਹੋਰ ਇੰਪਰੂਵ ਕਰਨ ਦੀ ਲੋੜ ਆ, ਜਾਂ ਮੈਂ ਕਿਤੇ ਕੁਛ ਗਲਤ ਬੋਲ ਦਿੰਦੀ ਹਾਂ ਜਾਂ ਘੱਟ ਬੋਲ ਦਿੰਦੀ ਹਾਂ, ਵੱਧ ਬੋਲ ਦਿੰਦੀ ਹਾਂ, ਉਹ ਮੈਨੂੰ ਜ਼ਰੂਰ ਦੱਸਦੇ ਰਿਹਾ ਕਰੋ ਕਿਉਂਕਿ ਮੈਨੂੰ ਵੀ ਸ਼ੀਸ਼ਾ ਦੇਖਣਾ ਬਹੁਤ ਜ਼ਰੂਰੀ ਆ। ਔਰ ਤੁਸੀਂ ਸਾਰੇ ਮੇਰਾ ਸ਼ੀਸ਼ਾ ਬਣ ਕੇ ਰਹੋ ਕਿ ਹਾਂ ਮੈਂ ਕਿਤੇ ਵੀ
ਥਿੜਕ ਨਾ ਜਾਵਾਂ ਜਾਂ ਕਿਤੇ ਵੀ ਮੈਨੂੰ ਇਹ ਨਾ ਲੱਗਣ ਲੱਗ ਜੇ ਕਿ ਮੈਂ ਤਾਂ ਬਿਲਕੁਲ ਸਭ ਠੀਕ ਹੀ ਠੀਕ ਬੋਲਦੀ ਹਾਂ। ਸੋ ਮੈਨੂੰ ਮੇਰੀਆਂ ਗਲਤੀਆਂ ਜ਼ਰੂਰ ਦੱਸਿਆ ਕਰੋ। ਇਹਦੇ ਨਾਲ ਤੁਹਾਡੇ ਜੇ ਕੋਈ ਸਵਾਲ ਵੀ ਨੇ, ਕਿਉਂਕਿ ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ 2 ਜਾਂ 3 ਐਪੀਸੋਡ ਹੋਰ ਹੋਣਗੇ, ਉਸ ਤੋਂ ਬਾਅਦ ਮੈਂ ਕੁਐਸਚਨ ਆਨਸਰ ਸੀਰੀਜ਼ ਵਾਲੀ ਦੇ ਉੱਤੇ ਫਿਰ ਆਵਾਂਗੇ, ਅਤੇ ਤੁਸੀਂ ਆਪਣੇ ਸਵਾਲ ਸਾਨੂੰ ਲਿਖ ਕੇ ਜ਼ਰੂਰ ਪਾਓ। ਇੰਨੀਆਂ ਗੱਲਾਂ ਨਾਲ ਅੱਜ ਦੀ ਮੇਰੀ ਬੇਨਤੀ ਇੰਨੀ ਕਿ ਪ੍ਰਵਾਨ ਕਰਨਾ ਜੀ। ਅਗਲੇ ਐਪੀਸੋਡ 'ਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।